प्यारे विद्यार्थियों सारिਆਂ ਨੂੰ सत श्री अकाल। इंसान चाहता भी होवे भी मैं मास्टर बनना है पर बनना भी पंजाबी का है तो फिर तो यह सिरा लग जाता है। जिवें मैं कई बार कहना ना सिरा लाउणा, वो सिरा लाउणा तां हुंदा है कि एक तो असीं मास्टर बन जाइए, एक बणीए भी पंजाबी दे। ठीक है, तो मैं अज कुछ किताबां ये कोई थोनों शेखी मारन वास्ते जां दिखाउण वास्ते नहीं रखियां भी मेरे को इन्नियां किताबां हैं। ये सारे जिहड़े पंजाबी नूं प्यार करते ने विद्यार्थी मेहनत कर रहे ने उन्हां कोले बहुत बहुत ज़्यादा जिहड़ियां किताबां उन्हां दियां अलवारियां च पईयां ने पंजाबी साहित्य दियां, पंजाबी माँ बोली दियां, जिन्हां दा अध्ययन करते ने। पर मैं सिर्फ इत्थे इसलिए आपां अज गल करांगे कि सैकंड ग्रेड पंजाबी वास्ते सानूं किहड़ा किहड़ा जिहड़ा विशा है, प्रकरण है, ਜਾਂ ਕਿਹੜੀ किताब साडे लई बहुत लाहेवंद है ਉਹਦੇ बारे गल करांगे आपां। क्योंकि किताबां बहुत सारियां ਹੁੰਦੀਆਂ ਨੇ ਤੇ ਸਾਨੂੰ किताबां ਨਾਲ मोह भी ਹੁੰਦਾ है। जिवें त्रिलोचन लोची ने कहा सी ना, किताबां दी दुनिया तो रखदे जो दूरी ਉਹ ਕਿੱਦਾਂ ने जाउंदे ਉਹ कैसे बशरने, भी मेरा ਤਾਂ किताबां बना नहीं सकदा। हाँ, ਉਹ ਸਾਡੀ ਵੱਖਰੀ ਗੱਲ है कि इंसान ਹੁਣ ਸਮੇਂ ਦੇ ਆਧਾਰ ਤੇ ਉਹ ਇੰਨਾ ਮਸ਼ੀਨ ਵਾਂਗੂ ਭੱਜਣ ਲੱਗ ਪਿਆ ਹੈ ਕਿ ਉਹ ਕਿਤਾਬਾਂ ਨੂੰ ਸਮਾਂ ਨਹੀਂ ਦੇ ਪਾਉਂਦਾ। ਅਤੇ ਜੇ ਤੁਸੀਂ ਕਿਤਾਬਾਂ ਨੂੰ ਸਮਾਂ ਦਿਓਗੇ ਤਾਂ ਤੁਹਾਨੂੰ ਸਫਲਤਾ ਜਿਹੜੀ ਹੈ ਉਹ ਜ਼ਰੂਰ ਮਿਲੂਗੀ। ਅਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸੈਕੰਡ ਗ੍ਰੇਡ ਦਾ ਵਿਸ਼ਾ ਉਹਦਾ ਸਿਲੇਬਸ ਹੈ ਉਹਦੇ ਬਾਰੇ ਗੱਲ ਕਰਾਂਗੇ। ਉਸ ਤੋਂ ਬਾਅਦ ਤੁਹਾਨੂੰ ਮੈਂ ਸਿਲੇਬਸ ਦੇ ਆਧਾਰ 'ਤੇ ਹੀ ਕਿਹੜੀ ਕਿਤਾਬ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਸਾਰੇ ਤੁਸੀਂ ਵੀਡੀਓ ਧਿਆਨ ਨਾਲ ਦੇਖੋ ਜੇ। ਅਤੇ ਜਿਹੜੀਆਂ ਕਿਤਾਬਾਂ ਤੁਹਾਡੇ ਕੋਲ ਹੈਗੀਆਂ ਨੇ, ਜਿਹੜੀਆਂ ਕਿਤਾਬਾਂ ਤੁਹਾਡੇ ਕੋਲ ਨਹੀਂ ਨੇ, ਕੋਈ ਵੀ ਗੱਲ ਜਿਹੜੀ ਤੁਸੀਂ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ ਤੁਸੀਂ ਕਮੈਂਟ ਰਾਹੀਂ ਪੁੱਛ ਸਕਦੇ ਹੋ। ਜਾਂ ਕਿਸੇ ਨੂੰ ਕਿਤਾਬ ਮਿਲ ਨਹੀਂ ਰਹੀ ਜਾਂ ਕੋਈ ਦਿੱਕਤ ਆ ਰਹੀ ਹੈ ਕਿਤਾਬ ਲਿਆਉਣ ਦੇ ਵਿੱਚ, ਅਤੇ ਤੁਹਾਡੀ ਮੈਂ ਉਹੀ ਮਦਦ ਕਰਾਂਗਾ ਕਿ ਜਿਹੜੀਆਂ ਕਿਤਾਬਾਂ ਜਿਹੜੀਆਂ ਵੀ ਤੁਹਾਨੂੰ ਚਾਹੀਦੀਆਂ ਨੇ ਤੁਹਾਡੇ ਘਰੇ ਆ ਜਾਣਗੀਆਂ, ਜਿਹਦੇ ਵਿੱਚ ਲੈਸ ਵੀ ਬਹੁਤ ਜ਼ਿਆਦਾ ਹੋਊਗਾ। ਜਿਵੇਂ ਅੱਜ ਕਿਤਾਬ ਅਸੀਂ ਮੇਨ ਕਿਤਾਬਾਂ ਜਿਹੜੀਆਂ ਸਾਡੀ ਪੰਜਾਬੀ ਸਾਹਿਤ ਦੀਆਂ ਖਰੀਦਦੇ ਹਾਂ, ਜਿਵੇਂ ਬ੍ਰਹਮ ਜਗਦੀਸ਼ ਦੀ ਬੁੱਕ ਹੋ ਗਈ, ਘੱਟ ਤੋਂ ਘੱਟ ਹੁਣ 600 ਦੀ ਬੁੱਕ ਆਉਂਦੀ ਹੈ। ਪਰ ਤੁਸੀਂ ਜਿਹੜੀ ਕਿਤਾਬ ਮੈਂ ਤੁਹਾਨੂੰ ਦੱਸੂਗਾ ਪਤਾ, ਉਹਦੇ ਵਿੱਚ ਤੁਹਾਨੂੰ 450 480 ਇੰਨੇ ਨੇੜੇ ਤੇੜੇ ਰੁਪਈਆਂ ਦੀ ਕਿਤਾਬ ਮਿਲ ਜੂਗੀ। ਕਿਤਾਬਾਂ ਬਾਰੇ ਆਪਾਂ ਗੱਲ ਕਰਾਂਗੇ, ਕਿਹੜੀਆਂ ਕਿਹੜੀਆਂ ਕਿਤਾਬਾਂ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਕਿਹੜੀ ਕਿਤਾਬ ਤੁਸੀਂ ਪੜ੍ਹਨੀ ਹੈ ਕਿਹੜੀ ਨਹੀਂ ਪੜ੍ਹਨੀ। ਕਿਤਾਬਾਂ ਸਾਰੀਆਂ ਪੜ੍ਹ ਸਕਦੇ ਹੋ ਤੁਹਾਡੇ ਕੋਲ ਸਮਾਂ ਹੈ ਤਾਂ, ਕਿਉਂਕਿ ਇਹ ਸਮਾਂ ਦੁਬਾਰਾ ਨਹੀਂ ਮਿਲਣਾ। ਇਹ ਵੀ ਇੱਕ ਟਾਈਮ ਹੁੰਦਾ ਹੈ ਕਿ ਜਦੋਂ ਸਾਨੂੰ ਕਿਤਾਬਾਂ ਪੜ੍ਹਨ ਵਾਸਤੇ ਮਿਲਦੀਆਂ ਹੈ। ਇੱਕ ਤਾਂ ਅਸੀਂ ਸਫਲਤਾ ਅਰਜਿਤ ਕਰਨੀ ਹੈ, ਇੱਕ ਸਾਨੂੰ ਟਾਈਮ ਸਮਾਂ ਮਿਲਦਾ ਹੈ ਕਿਤਾਬਾਂ ਪੜ੍ਹਨ ਵਾਸਤੇ। ਅਤੇ ਇਹ ਸਮਾਂ ਜਿਹੜਾ ਹੈਗਾ ਤੁਹਾਡਾ ਵਿਦਿਆਰਥੀਓ, ਤੁਸੀਂ ਕਿਤਾਬਾਂ ਪੜ੍ਹਨ ਚਲਾ ਦਿਓ। ਪੜ੍ਹਨ ਦਾ ਤਰੀਕਾ ਬਦਲੋ ਥੋੜ੍ਹਾ ਜਿਹਾ। ਸਭ ਤੋਂ ਪਹਿਲਾਂ ਆਪਾਂ ਸਿਲੇਬਸ ਕਰ ਲੈਂਦੇ ਹਾਂ ਥੋੜ੍ਹਾ ਜਿਹਾ, ਕਿਹੜਾ ਕਿਹੜਾ ਸਾਡਾ ਸਿਲੇਬਸ ਹੈ, ਉਹਦੇ ਆਧਾਰ 'ਤੇ ਕਿਹੜੀਆਂ ਕਿਤਾਬ ਤੁਹਾਡੇ ਲਈ ਲਾਹੇਵੰਦ ਹੈ ਉਹਦੇ ਬਾਰੇ ਆਪਾਂ ਅੱਜ ਚਰਚਾ ਕਰਦੇ ਹਾਂ। ਅਤੇ ਜਦੋਂ ਆਪਾਂ ਪੰਜਾਬੀ ਦੇ ਮਾਸਟਰ ਬਣਨਾ ਹੈ ਤਾਂ ਸਾਡੇ ਕੋਲ ਸਿਲੇਬਸ ਤਾਂ ਹੋਣਾ ਬਹੁਤ ਲਾਜ਼ਮੀ ਬਣ ਜਾਂਦਾ ਹੈ। ਅਤੇ ਤੁਸੀਂ ਸਿਲੇਬਸ ਦੇ ਆਧਾਰ 'ਤੇ ਤਿਆਰੀ ਕਰਨੀ ਹੈ। ਸਿਲੇਬਸ ਨੂੰ ਵੀ ਉਹ ਕਈ ਵਰਗਾਂ 'ਚ ਵੰਡ ਦਿੰਦੇ ਨੇ। ਜਿਵੇਂ ਆਪਣੇ ਆ ਗਿਆ ਸੀਨੀਅਰ ਸੈਕੰਡਰੀ ਪੱਧਰ ਦਾ ਪਾਠਕ੍ਰਮ ਆ ਗਿਆ ਵਿੱਚ, ਜਾਂ ਗ੍ਰੈਜੂਏਸ਼ਨ ਲੈਵਲ 'ਤੇ ਪਾਠਕ੍ਰਮ ਜਿਹੜਾ ਆਉਂਦਾ ਹੈ ਉਹਦੇ ਆਧਾਰ 'ਤੇ ਤਿਆਰੀ ਕਰਨੀ ਹੈ। ਪਰ ਉਹ ਸਾਨੂੰ ਪਾਠਕ੍ਰਮ ਦੇ ਵਿੱਚ ਵੱਝ ਵੀ ਦਿੰਦੇ ਨੇ ਵੀ ਤੁਸੀਂ ਇੰਨਾ ਪਾਠਕ੍ਰਮ ਆਹ ਯਾਦ ਕਰਨਾ ਹੈ। ਪਰ ਪ੍ਰੀਖਿਆ ਵਿੱਚ ਜਦੋਂ ਜਾ ਕੇ ਬਹਿੰਦੇ ਹਾਂ ਅਸੀਂ, ਉਹਦੇ ਵਿੱਚ ਬਹੁਤ ਸਾਰਾ ਸਿਲੇਬਸ ਹੋਰ ਵੀ ਪਰਸੈਂਟੇਜ ਆ ਜਾਂਦੇ ਨੇ, ਅਤੇ ਉਦੋਂ ਅਸੀਂ ਕੁਛ ਵੀ ਨਹੀਂ ਕਰ ਸਕਦੇ। ਅਸੀਂ ਇਹ ਵੀ ਨਹੀਂ ਕਹਿ ਸਕਦੇ ਉਹਨਾਂ ਨੂੰ ਵੀ ਆਹ ਤਾਂ ਪਾਠਕ੍ਰਮ ਵਿੱਚ ਹੈ ਹੀ ਨਹੀਂ ਸੀ, ਕਿਉਂਕਿ ਉੱਥੇ ਇੱਕ ਗੱਲ ਮੁਕਾ ਦਿੰਦੇ ਨੇ ਅਤੇ ਉਹਦੇ ਵਿੱਚੋਂ ਇਹ ਲਿਖ ਦਿੰਦੇ ਨੇ ਵੀ ਪੰਜਾਬੀ ਸਾਹਿਤ ਦਾ ਇਤਿਹਾਸ। ਫਿਰ ਕਿੱਧਰ ਜਾਵਾਂਗੇ ਅਸੀਂ? ਹੁਣ ਪਾਠਕ੍ਰਮ ਦੇ ਵਿੱਚ ਤਾਂ ਸਾਰਾ ਕੁਝ ਦੇ ਰੱਖਿਆ ਹੈ। ਗੁਰਮਤਿ ਕਾਵਿ ਹੈ, ਸੂਫੀ ਕਾਵਿ ਹੈ, ਕਿੱਸਾ ਕਾਵਿ ਹੈ, ਆਧੁਨਿਕ ਕਾਵਿ ਹੈ, ਕਿਹਨੂੰ ਛੱਡਾਂਗੇ ਅਤੇ ਕਿਹੜਾ ਪੜ੍ਹੀਏ ਅਸੀਂ। ਠੀਕ ਹੈ, ਪਰ ਫਿਰ ਵੀ ਤੁਸੀਂ ਸੀਨੀਅਰ ਸੈਕੰਡਰੀ ਪੱਧਰ 'ਤੇ ਕਹਿੰਦਾ ਇਹ ਸਾਨੂੰ ਸਿਲੇਬਸ ਦੇ ਆਧਾਰ 'ਤੇ, ਤਾਂ ਸਾਨੂੰ ਜਿਹੜੀਆਂ ਸੀਨੀਅਰ ਸੈਕੰਡਰੀ ਪੱਧਰ 'ਤੇ ਕਿਤਾਬਾਂ ਹੈ ਉਹਦਾ ਬਹੁਤ ਜ਼ਰੂਰੀ ਪੜ੍ਹਨੀਆਂ ਹੈ। ਠੀਕ ਹੈ, ਹੁਣ ਭਾਸ਼ਾ ਅਤੇ ਪੰਜਾਬੀ ਭਾਸ਼ਾ ਇਹ ਕਿਹਦਾ ਵਿਆਕਰਨ ਦਾ ਟੋਪਿਕ ਆ ਗਿਆ ਸਾਡੇ ਕੋਲ, ਅਤੇ ਇਹਦੇ ਵਿੱਚ ਪੰਜਾਬੀ ਭਾਸ਼ਾ ਦੀਆਂ ਉਪ ਭਾਸ਼ਾਵਾਂ ਜਿਹੜੀਆਂ ਹੈਗੀਆਂ ਦੁਆਬੀ ਹੈ, ਮਾਝੀ ਹੈ, ਮਲਵਈ ਹੈ, ਪੁਆਧੀ ਹੈ, ਡੋਗਰੀ, ਕਾਂਗੜੀ, ਇਹਦੇ ਬਾਰੇ ਪੁੱਛਿਆ ਜਾਂਦਾ ਹੈ। ਠੀਕ ਹੈ, ਇਹ 'ਤੇ ਪ੍ਰਸ਼ਨ ਤਾਂ ਆਪਾਂ ਜੇ ਕਹਿ ਦਈਏ ਵੀ 10ਵੀਂ ਲੈਵਲ ਤੋਂ ਲੈ ਕੇ ਜਿਹੜੀਆਂ ਸਕੂਲੀ ਪੱਧਰ ਦੀਆਂ ਪ੍ਰੀਖਿਆ ਹੁੰਦੀਆਂ ਉਹ ਤੋਂ ਲੈ ਕੇ ਅਤੇ RPSC ਦੀਆਂ ਸੈਕੰਡ ਗ੍ਰੇਡ
ਜਾਂ ਆਪਾਂ ਕਾਲਜ ਪ੍ਰੋਫੈਸਰ ਦੀਆਂ ਜਿਹੜੀਆਂ ਨੈਟ ਲੈਵਲ ਤੇ ਜਿਹੜੀਆਂ ਪ੍ਰੀਖਿਆ ਹੁੰਦੀਆਂ ਉਹਦੇ ਵਿੱਚੋਂ ਵੀ ਪ੍ਰਸ਼ਨ ਪੁੱਛੇ ਜਾਂਦੇ ਆ। ਉਸ ਤੋਂ ਬਾਅਦ ਹੈ ਧੁਨੀ ਬੋਧ। ਧੁਨੀ ਬੋਧ ਤੁਹਾਨੂੰ ਪਤਾ ਸਵਰ ਤੇ ਵਿਅੰਜਨ ਧੁਨੀਆਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ। ਲਿਪੀ ਬੋਧ ਵਿੱਚ ਗੁਰਮੁਖੀ ਲਿਪੀ ਦਾ ਵਿਕਾਸ ਕਦੋਂ ਹੋਇਆ ਤੇ ਇਹਦੀ ਵਰਣਮਾਲਾ ਦੀ ਸ਼ੁਧਾਈ ਕਿਵੇਂ ਹੋਈ, ਇਹਦੇ ਬਾਰੇ ਗੁਰਮੁਖੀ ਅੱਖਰਾਂ ਬਾਰੇ ਗੱਲ ਕੀਤੀ ਜਾਂਦੀ ਹੈ। ਲਗਾ ਮਾਤਰਾ ਕਿੰਨੀਆਂ ਹੁੰਦੀਆਂ, ਦੁੱਤ ਅੱਖਰ, ਅਰਧ ਸਵਰ, ਠੀਕ ਹੈ, ਇਹਦੇ ਬਾਰੇ ਸਾਰਾ ਇਹਦੇ ਵਿੱਚ ਦਿੱਤਾ ਜਾਂਦਾ ਹੈ। ਫਿਰ ਆ ਜਾਂਦਾ ਸ਼ਬਦ ਬੋਧ, ਵਿੱਚ ਆ ਜਾਂਦੀਆਂ ਸ਼ਬਦ ਸ਼੍ਰੇਣੀਆਂ ਆ ਜਾਂਦੀਆਂ, ਜਿਵੇਂ ਸ਼ਬਦ ਸ਼੍ਰੇਣੀਆਂ 8 ਹੁੰਦੀਆਂ। ਪਹਿਲਾਂ ਮੈਂ ਇੱਕ ਵੀਡੀਓ ਵੀ ਬਣਾਈ ਸੀਗੀ। ਫਿਰ ਆ ਗਈਆਂ ਵਿਆਕਰਨਕ ਸ਼੍ਰੇਣੀਆਂ, ਉਹਦੇ ਵਿੱਚ ਕਾਲ ਤੇ ਵਚਨ, ਲਿੰਗ, ਕਾਰਕ, ਉਹ ਵਿਆਕਰਨਕ ਸ਼੍ਰੇਣੀਆਂ ਦੇ ਅੰਤਰਗਤ ਆਉਂਦਾ ਹੈ ਆਪਣੇ। ਫਿਰ ਵਿਆਕਰਨਕ ਇਕਾਈਆਂ ਕਿਹੜੀਆਂ ਕਿਹੜੀਆਂ, ਉਹ ਆਪਣੇ ਆ ਗਈਆਂ ਵਾਕ, ਉਪਵਾਕ ਤੇ ਵਾਕਾਂਸ਼, ਇਹ ਆਪਣੇ ਵਿਆਕਰਨਕ ਇਕਾਈਆਂ ਆ ਗਈਆਂ, ਠੀਕ ਹੈ। ਇਹ ਵਿਆਕਰਨ ਦੇ ਪਾਰਟ ਨੇ। ਆਪਾਂ ਨੂੰ ਕਿਹੜਾ ਵਿਆਕਰਨ ਪੜ੍ਹਨਾ ਹੈ ਉਹ ਤੁਹਾਨੂੰ ਮੈਂ ਸਾਰੀਆਂ ਇਸ ਵੀਡੀਓ ਵਿੱਚ ਦੱਸਾਂਗਾ ਵੀ ਕਿਹੜਾ ਤੁਸੀਂ ਵਿਆਕਰਨ ਦੇ ਵਿੱਚ ਪੜ੍ਹਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਲਾਭਦਾਇਕ ਹੈ। ਸ਼ਬਦ ਰਚਨਾ ਵੀ ਇਹ ਵਿਆਕਰਨ ਦਾ ਹੀ ਪਾਰਟ ਆ ਜਾਂਦਾ। ਮੂਲ ਸ਼ਬਦ, ਸਮਾਸੀ ਸ਼ਬਦ, ਉਤਪੰਨ ਸ਼ਬਦ, ਅਗੇਤਰ, ਪਿਛੇਤਰ ਸਾਰੇ ਆ ਗਏ। ਵਾਕ ਬੋਧ ਆ ਗਿਆ, ਉਦੇਸ਼ ਤੇ ਵਿਧੇਯ ਪੁੱਛ ਲੈਂਦੇ ਆ। ਵਾਕ ਵਿਉਂਤ, ਵਾਕਾਂਸ਼ ਤੇ ਉਪਵਾਕ, ਵਾਕ ਵਿਉਂਤ ਵਿੱਚੋਂ ਪ੍ਰਸ਼ਨ ਬੜੇ ਰੀਟ ਵਿੱਚ ਵੀ ਆਏ ਨੇ, ਠੀਕ ਹੈ। ਇਹ ਜਿੰਨਾ ਵੀ ਮੈਂ ਪਹਿਲਾਂ ਸਿਲੇਬਸ ਪੜ੍ਹ ਚੁੱਕਿਆ ਤੇ ਉਪਭਾਸ਼ਾਵਾਂ ਬਾਰੇ ਸਾਰਾ ਇਹ ਵਿਆਕਰਨ ਦਾ ਭਾਗ ਹੈ ਤੇ ਇਹ ਰੀਟ ਵਿੱਚ ਬਹੁਤ ਜ਼ਰੂਰੀ ਆਉਂਦਾ ਹੈ। ਤੇ ਜਿਹੜੀ ਮੇਨ ਪ੍ਰੀਖਿਆ ਰੀਟ ਦੀ ਹੋਊਗੀ ਉਹਦੇ ਵਿੱਚ ਵੀ ਵਿਆਕਰਨ ਦਾ ਹੀ ਸਭ ਤੋਂ ਦਬਦਬਾ ਹੋਊਗਾ, ਠੀਕ ਹੈ। ਫਿਰ ਆ ਗਿਆ ਅਰਥਬੋਧ। ਇਹਦੇ ਵਿੱਚ ਅਰਥਬੋਧ ਵਿੱਚੋਂ ਤੁਹਾਨੂੰ ਪਤਾ ਹੀ ਹੈ ਬਹੁਅਰਥਕ ਸ਼ਬਦ ਆ ਜਾਂਦੇ ਆ, ਜਿਹਨੂੰ ਅਨੇਕਾਰਥਕ ਸ਼ਬਦ ਕਹਿੰਦੇ ਆਪਾਂ। ਸਮਾਨਾਰਥਕ ਸ਼ਬਦ ਆ ਜਾਂਦੇ ਆ, ਠੀਕ ਹੈ। ਵਿਰੋਧੀ ਸ਼ਬਦ ਆ ਜਾਂਦੇ ਆ, ਠੀਕ ਹੈ। ਇਹਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਂਦੇ ਨੇ। ਫਿਰ ਅਣਡਿੱਠਾ ਪਹਿਰਾ ਆਊਗਾ 7 ਨੰਬਰ 'ਤੇ। ਪਹਿਰੇ ਨੂੰ ਪੜ੍ਹ ਕੇ ਆਪਾਂ ਉਹਦਾ ਢੁਕਵਾਂ ਸਿਰਲੇਖ ਦੇਣਾ ਪਊਗਾ ਤੇ ਉਹਦੇ ਆਧਾਰ 'ਤੇ ਹੀ ਪ੍ਰਸ਼ਨ ਆਪਾਂ ਨੂੰ ਉੱਤਰ ਦੇਣੇ ਪੈਣਗੇ। ਰਾਸ ਆ ਜਾਂਦੇ ਆ। 9 ਰਸਾਂ ਬਾਰੇ ਪਰਿਭਾਸ਼ਾ, ਲਕਸ਼ਣ, ਪ੍ਰਕਾਰ ਤੇ ਉਦਾਹਰਨ ਦਾ ਸਥਾਈ ਭਾਵ ਸਾਨੂੰ ਪਤਾ ਹੋਣਾ ਚਾਹੀਦਾ ਹਰ ਰਸ ਦਾ। ਤੇ ਇੱਕ ਤੁਕ ਦੇ ਦੇਣਗੇ ਸਾਨੂੰ, ਇਹ ਦੱਸਣਾ ਪਊਗਾ ਵੀ ਇਹਦੇ ਵਿੱਚੋਂ ਕਿਹੜੇ ਰਸ ਦੀ ਗੱਲ ਕੀਤੀ ਗਈ ਹੈ ਇਸ ਤੁਕ ਦੇ ਵਿੱਚ, ਠੀਕ ਹੈ। ਹੁਣ ਗੱਲ ਕਰ ਰਹੇ ਸੀ ਆਪਾਂ ਰਸ, ਛੰਦ, ਅਲੰਕਾਰ। ਇਹ ਕਵਿਤਾ ਦੇ ਜ਼ਰੂਰੀ ਤੱਤ ਨੇ ਤੇ ਇਹਦੇ ਵਿੱਚੋਂ ਪ੍ਰਸ਼ਨ ਪੁੱਛਿਆ ਜਾਂਦਾ ਹੈ। ਛੰਦਾਂ ਵਿੱਚੋਂ ਆ ਜਾਂਦਾ ਹੈ ਦੋਹਰਾ, ਚੌਪਈ, ਕੋਰੜਾ, ਕਵਿਤ, ਦਵਈਆ, ਬੈਂਤ। ਹੁਣ ਕਈ ਵਾਰੀ ਤਾਂ ਪੁੱਛ ਲੈਂਦੇ ਆ ਵੀ ਇਹ 'ਚ ਕਿੰਨੀਆਂ ਮਾਤਰਾ ਹੁੰਦੀਆਂ, ਠੀਕ ਹੈ। ਹੁਣ ਜਿਹੜਾ ਪ੍ਰਸ਼ਨ ਦਾ ਸਤਰ ਥੋੜ੍ਹਾ ਜਿਹਾ ਔਖਾ ਹੋ ਗਿਆ ਹੈ। ਹੁਣ ਕੋਈ ਤੁੱਕ ਦੇ ਦੇਣਗੇ ਤੁਹਾਨੂੰ, ਜਾਂ ਤਾਂ ਦਮੋਦਰ ਦੀ ਹੀਰ ਦੀ, ਜਾਂ ਵਾਰਿਸ ਸ਼ਾਹ ਦੀ ਹੀਰ ਦੀ, ਹਾਸ਼ਮ ਦੀ ਸੱਸੀ, ਜਾਂ ਫਜ਼ਲ ਸ਼ਾਹ ਦੀ ਸੋਹਣੀ ਤੁੱਕ ਦੇ ਦੇਣਗੇ ਤੇ ਆਪਣੇ ਤੋਂ ਪੁੱਛ ਲੈਣਗੇ ਵੀ ਇਹਦੇ ਵਿੱਚ ਕਿਹੜਾ ਛੰਦ ਵਰਤਿਆ ਗਿਆ ਹੈ ਤੇ ਉਹਦਾ ਆਪਾਂ ਨੂੰ ਮਾਤਰਾ ਗਿਣ ਕੇ ਉਹਦੇ ਵਿੱਚੋਂ ਫਿਰ ਆਪਾਂ ਨੂੰ ਉੱਤਰ ਕਰਨਾ ਪਊਗਾ। ਜਿੰਨਾ ਚਿਰ ਆਪਾਂ ਨੂੰ ਮਾਤਰਾ ਗਿਣਨ ਦਾ ਆਪਾਂ ਨੂੰ ਨਹੀਂ ਧਿਆਨ, ਉਹਨਾਂ ਚਿਰ ਆਪਾਂ ਉੱਤਰ ਨਹੀਂ ਕਰ ਸਕਦੇ। ਫਿਰ ਆਪਣੇ ਕੋਲ ਆ ਜਾਂਦਾ ਹੈ ਅਲੰਕਾਰ। ਅਲੰਕਾਰ ਵੀ ਕਵਿਤਾ ਦੇ ਗਹਿਣੇ ਨੇ, ਠੀਕ ਹੈ। ਤੇ ਇਹਦੇ ਵਿੱਚੋਂ ਵੀ ਪ੍ਰਸ਼ਨ ਪੁੱਛਣਾ ਦਾ ਲਾਜ਼ਮੀ ਬਣਦਾ ਜਦੋਂ ਕਵਿਤਾ ਦੀ ਗੱਲ ਹੋ ਰਹੀ ਹੈ। ਪਦ ਕਾਵਿ ਦੀ ਜਦੋਂ ਗੱਲ ਹੋ ਰਹੀ ਹੈ ਤੇ ਉਹਦੇ ਵਿੱਚ ਤਾਂ ਅਲੰਕਾਰ ਜ਼ਰੂਰੀ ਹੋ ਜਾਂਦਾ ਕਿ ਰਸ, ਅਲੰਕਾਰ ਤੇ ਛੰਦਾਂ ਵਿੱਚੋਂ ਪ੍ਰਸ਼ਨ ਪੁੱਛੇ ਜਾਣ। ਉਪਮਾ, ਅਤਿ ਕਥਨੀ, ਅਨੁਪਰਾਧ, ਦ੍ਰਿਸ਼ਟਾਂਤ, ਇਹੀ ਅਲੰਕਾਰ ਨੇ ਆਪਣੇ 4-5 ਤੇ ਇਹਦੇ ਵਿੱਚੋਂ ਹੀ ਪ੍ਰਸ਼ਨ ਆਉਣਗੇ ਸਾਡੇ ਕੋਲ ਪ੍ਰੀਖਿਆ ਦੇ ਵਿੱਚ। ਫਿਰ ਸਾਹਿਤ ਦੇ ਰੂਪ। ਹੁਣ ਸਾਹਿਤ ਦੇ ਰੂਪ ਵਿੱਚੋਂ ਆਪਾਂ ਕਿੱਥੋਂ ਪੜ੍ਹ ਗਏ ਅਸੀਂ? ਸਾਡੇ ਤੇ ਜਿਹੜੇ ਰਾਜਸਥਾਨ ਦੇ ਜਿਹੜੇ ਵਿਦਵਾਨ ਨੇ ਤੇ ਉਹਨਾਂ ਨੇ ਸਾਡੇ ਤੇ ਬਹੁਤ ਵੱਡਾ ਆਸਾਨ ਕਰਤਾ ਕਿ ਸਾਨੂੰ ਜਿਹੜੀਆਂ 11ਵੀਂ ਦੀ ਬੁੱਕ ਸਾਹਿਤ ਦਰਪਣ ਭਾਗ ਪਹਿਲਾ ਤੇ 12ਵੀਂ ਦੀ ਬੁੱਕ ਸਾਹਿਤ ਦਰਪਣ ਭਾਗ ਦੂਜਾ, ਉਹ ਕਿਤਾਬਾਂ ਛਾਪ ਕੇ ਸਾਡੇ ਤੇ ਬਹੁਤ ਵੱਡਾ ਆਸਾਨ ਕਰਤਾ ਕਿ ਸਾਨੂੰ ਇਹ ਦੱਸਤਾ ਕਿ ਤੁਸੀਂ ਇਹ ਨਹੀਂ ਇਹ ਪੜ੍ਹੋ, ਤੁਸੀਂ ਆਪਣਾ ਸਾਹਿਤ ਪੜ੍ਹੋ, ਠੀਕ ਹੈ। ਸਾਨੂੰ ਪੰਜਾਬੀ ਸਾਹਿਤ ਤੋਂ ਜਾਣੂ ਕਰਵਾਇਆ ਉਹਨਾਂ ਲੇਖਕਾਂ ਨੇ ਤੇ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਤੇ ਉਹਨਾਂ ਨੂੰ ਸਾਦਰ ਨਮਨ ਮੇਰੇ ਵੱਲੋਂ। ਤੇ ਸਾਹਿਤ ਦੇ ਰੂਪ ਵਿੱਚ ਵੀ ਉਹਦੇ ਵਿੱਚ ਵੀ ਦੇ ਰੱਖਿਆ 11ਵੀਂ ਦੀ ਕਿਤਾਬ ਵਿੱਚ ਤੇ 12ਵੀਂ ਕਿਤਾਬ ਤੁਸੀਂ ਉਹ ਕਿਤਾਬਾਂ ਪੜ੍ਹ ਸਕਦੇ ਹੋ। ਤੇ ਰਸ, ਛੰਦ, ਅਲੰਕਾਰ, ਸਾਹਿਤ ਦੇ ਰੂਪ, ਇਹ ਜਿਹੜੇ 4 ਟੋਪਿਕ ਹੈ ਤੁਹਾਡੇ ਇਹ ਤੇ ਚਾਰੇ ਟੋਪਿਕ ਤੁਸੀਂ ਉਹ 'ਚੋਂ ਕਵਰ ਕਰ ਸਕਦੇ ਹੋ, ਠੀਕ ਹੈ। ਇਹਦੇ ਵਿੱਚ ਕਾਫੀ, ਵਾਰ, ਕਿੱਸਾ, ਕਵਿਤਾ, ਗੀਤ, ਗਜ਼ਲ, ਨਾਟਕ, ਕਾਂਕੀ, ਨਾਵਲ, ਨਿੱਕੀ ਕਹਾਣੀ, ਜੀਵਨੀ, ਸਫ਼ਰਨਾਮਾ, ਰੇਖਾ ਚਿੱਤਰ। ਉਸ ਤੋਂ ਬਾਅਦ ਆ ਜਾਂਦਾ ਹੈ ਲੋਕ ਸਾਹਿਤ ਰੂਪ। ਹੁਣ ਇਹਦੇ ਵਿੱਚੋਂ ਆ ਗਈਆਂ, ਇਹ ਸਾਡੀ 9ਵੀਂ ਦੀ ਕਿਤਾਬ ਵਿੱਚ ਹੈਗੀ ਹੈ, ਠੀਕ ਹੈ। ਲੋਰੀ, ਸੁਹਾਗ, ਘੋੜੀ, ਸਿੱਠਣੀ, ਅਲਾਹੁਣੀ, ਟੱਪਾ, ਬੁਝਾਰਤਾਂ, ਉਹ ਕਿਤਾਬ ਪੜ੍ਹ ਲਓ, ਠੀਕ ਹੈ। ਉਹਦੇ ਵਿੱਚ ਆਪਾਂ ਨੂੰ ਮੇਲੇ ਵੀ ਪੰਜਾਬ ਦੇ ਧਿਆਨ 'ਚ ਆ ਜਾਣਗੇ ਵੀ ਕਿਹੜੇ ਕਿਹੜੇ ਕਿੱਥੇ ਲੱਗਦੇ ਆ, ਜਿਹੜੀਆਂ ਪੰਜਾਬੀ ਦੀਆਂ ਖੇਡਾਂ ਕਿਹੜੀਆਂ ਕਿਹੜੀਆਂ ਨੇ ਉਦੋਂ ਕਿਤਾਬ ਦੇ ਵਿੱਚੋਂ ਸਾਨੂੰ ਪਤਾ ਲੱਗ ਜਾਣਗੀਆਂ, ਠੀਕ ਹੈ। ਵੀ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਮੋਟੀਆਂ ਕਿਤਾਬਾਂ ਕਲੀ ਨਾ ਭੱਜੀਏ, ਜਿਹੜਾ ਤੁਹਾਡੇ ਕੋਲੇ ਮੈਟਰ ਹੈਗਾ ਪਹਿਲਾਂ ਦਾ ਪਿਆ ਹੈ, ਵਿਆਕਰਨ ਦਾ ਮੈਟਰ ਤੁਹਾਡੇ ਕੋਲੇ ਪਿਆ ਹੈ,
ਜਾਂ ਕਿਤਾਬਾਂ ਤੁਹਾਡੇ ਕੋਲੇ ਪਈਆਂ ਨੇ ਉਹ ਪੜ੍ਹੋ। ਕਿਸੇ ਨੂੰ ਵੇਖ ਕੇ ਨਾ ਕੋਈ ਵੀ ਉਹਦੇ ਕੋਲ ਕਿਤਾਬਾਂ ਇੰਨੀਆਂ ਨੇ ਮੈਂ ਵੀ ਲਿਆਵਾਂ, ਠੀਕ ਹੈ, ਇਹ ਜ਼ਰੂਰੀ ਨਹੀਂਗਾ। ਅਤੇ ਉਸ ਤੋਂ ਬਾਅਦ ਲੋਕ ਸਾਹਿਤ ਦੇ ਰੂਪ ਤੁਸੀਂ ਤੁਹਾਨੂੰ ਦੱਸ ਦਿੱਤਾ 9ਵੀਂ ਕਿਤਾਬ 'ਚੋਂ ਹੈ। ਪੰਜਾਬੀ ਸੱਭਿਆਚਾਰ ਹੈ, ਮੇਲੇ ਅਤੇ ਤਿਉਹਾਰ ਆ ਗਏ, ਜਰਗ ਦਾ ਮੇਲਾ ਕਿੱਥੇ ਲੱਗਦਾ, ਛਪਾਰ ਦਾ ਮੇਲਾ, ਠੀਕ ਹੈ, ਪੰਜਾਬੀ ਲੋਕ ਨਾਚ ਆ ਗਏ ਆਪਣੇ, ਝੂਮਰ, ਲੁੱਡੀ, ਗਿੱਧਾ, ਭੰਗੜਾ, ਅਤੇ ਪੰਜਾਬੀ ਲੋਕ ਖੇਡਾਂ, ਠੀਕ ਹੈ, ਪੀਲ ਪਲਾਂਗੜਾ, ਗੁੱਲੀ ਡੰਡਾ, ਠੀਕ ਹੈ, ਇਹਦੇ ਵਿੱਚੋਂ ਵੀ ਪ੍ਰਸ਼ਨ ਪੁੱਛੇ ਜਾਂਦੇ ਹੈ। ਇਹ ਪੰਜਾਬੀ ਸੱਭਿਆਚਾਰ ਦੇ ਵਿੱਚ ਆਉਂਦਾ ਵਿਸ਼ਾ ਆਉਂਦਾ। ਇਹ ਪੰਜਾਬੀ ਲੋਕ ਕਹਾਣੀ, ਨੀਤੀ ਕਥਾਵਾਂ, ਪਰੀ ਕਥਾਵਾਂ ਅਤੇ ਦੰਦ ਕਥਾਵਾਂ, ਇਹ 9ਵੀਂ ਦੀ ਕਿਤਾਬ ਦੇ ਵਿੱਚ ਹੀ ਹੈ ਬਾਈ, ਠੀਕ ਹੈ। 12ਵਾਂ 13ਵਾਂ 14ਵਾਂ ਟੋਪਿਕ ਇਹ 9ਵੀਂ ਦੀ ਕਿਤਾਬ 'ਚ ਸਾਨੂੰ ਮਿਲ ਜੂਗਾ। ਫਿਰ ਆ ਜਾਂਦਾ ਸਾਡੇ ਕੋਲੇ ਜਿਹੜਾ ਗੁਰਮਤਿ, ਸੂਫੀ, ਬੀਰ ਅਤੇ ਕਿੱਸਾ ਕਾਵਿ, ਇਹ ਤੁਸੀਂ ਕਰ ਹੀ ਲਓਗੇ ਕਿਤਾਬਾਂ 'ਚੋਂ, ਅਤੇ ਇਹ ਕਿਤਾਬਾਂ ਤੁਸੀਂ ਪੜ੍ਹ ਲਈਆਂ। ਆਧੁਨਿਕ ਪੰਜਾਬੀ ਕਵਿਤਾ, ਵਾਰਤਕ ਅਤੇ ਕਹਾਣੀ। ਹੁਣ ਇਹਦੇ ਵਿੱਚ ਸਾਰਾ ਪਾਠਕ੍ਰਮ ਆ ਗਿਆ। ਅਸੀਂ ਪਾਠਕ੍ਰਮ ਤਾਂ ਸਾਰਾ ਪੜ੍ਹਦੇ ਨਹੀਂ, ਉਹਦੇ ਵਿੱਚੋਂ ਵੀ ਕੀ ਸਾਹਿਤ ਵਿੱਚ ਕੀ ਕੁਛ ਲਿਖਿਆ ਕਿਤਾਬਾਂ ਦੇ ਵਿੱਚ, ਅਤੇ ਅਸੀਂ ਇਹ ਮੰਨ ਲੈਂਦੇ ਹਾਂ ਕਿ ਸਾਡੀ ਜਿਹੜੀ ਸਾਨੂੰ ਸਿਲੇਬਸ ਦੇ ਵਿੱਚ ਗੁਰਮਤਿ ਕਾਵਿ ਵਿੱਚ ਇੰਨੇ ਗੁਰੂ ਕਹੇ ਹੈ ਅਤੇ ਆਧੁਨਿਕ ਕਾਵਿ ਵਿੱਚ ਇੰਨੇ ਕਵੀ ਕਹੇ ਹੈ, ਅਸੀਂ ਉਹ ਕਵੀ ਪੜ੍ਹ ਲੈਂਦੇ ਹਾਂ, ਠੀਕ ਹੈ। ਇੱਥੇ ਤੁਹਾਡੇ ਪਾਠਕ੍ਰਮ ਦੇ ਵਿੱਚ ਪੂਰੇ ਸਾਹਿਤ ਦੀ ਗੱਲ ਕੀਤੀ ਗਈ ਹੈ, ਜਿੰਨਾ ਤੁਹਾਡੇ ਪਾਠਕ੍ਰਮ ਵਿੱਚ ਹੈਗਾ ਪੰਜਾਬੀ ਸਾਹਿਤ ਦਾ ਇਤਿਹਾਸ, ਕਵਿਤਾ ਦਾ ਇਤਿਹਾਸ, ਕਿੱਸੇ ਦਾ ਇਤਿਹਾਸ, ਉਹ ਸਾਰਾ ਕਵਰ ਕਰੋ ਉਹਨੂੰ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਆਪਣੇ BA ਡਿਗਰੀ ਪੱਧਰ ਨਾਲ ਸੰਬੰਧਿਤ ਪਾਠਕ੍ਰਮ। ਹੁਣ BA ਦੀਆਂ ਕਿਤਾਬਾਂ ਤੁਹਾਡੇ ਕੋਲ ਜੇ ਹੈ ਤਾਂ ਫਿਰ ਤਾਂ ਸੋਨੇ 'ਤੇ ਸੁਹਾਗਾ ਹੈ, ਠੀਕ ਹੈ। ਉਹਨਾਂ ਦੇ ਤੁਸੀਂ ਅੱਜ ਕੱਲ੍ਹ ਜਿਹੜਾ ਪੇਪਰ ਆਉਣ ਲੱਗ ਗਿਆ, ਇਹ ਵੀ ਪੁੱਛਣ ਲੱਗੇ ਵੀ ਕੋਈ ਕਵਿਤਾ ਹੈ ਇਹ ਕਿਹੜੇ ਕਾਵਿ ਸੰਗ੍ਰਹਿ 'ਚੋਂ ਲਈ ਗਈ ਹੈ, ਠੀਕ ਹੈ। ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਕਈ ਕਵਿਤਾ ਆਵਾਜ਼ਾਂ ਵਿੱਚੋਂ ਆ ਗਈਆਂ, ਜੰਦਰੇ 'ਚੋਂ ਹੈ, ਜਮੀਰ 'ਚੋਂ ਹੈ, ਪ੍ਰਸ਼ਨ ਵੀ ਆਉਣ ਲੱਗ ਗਏ ਹੈ, ਅਤੇ ਉਹਦੇ ਵਾਸਤੇ ਸਾਨੂੰ ਜ਼ਰੂਰੀ ਬਣ ਜਾਂਦਾ ਹੈ ਕਿ ਜਿਹੜੀਆਂ ਸਾਡੀਆਂ BA ਪੱਧਰ ਦੀਆਂ ਜਿਹੜੀਆਂ ਕਿਤਾਬਾਂ ਹੈ ਉਹ ਪੜ੍ਹਨੀਆਂ ਜ਼ਰੂਰੀ ਹੋ ਜਾਂਦੀਆਂ। ਜੇ ਸਾਡੇ ਕੋਲ ਨਹੀਂ ਹੈ ਤਾਂ ਸਾਨੂੰ ਘਬਰਾਉਣਾ ਨਹੀਂ, ਅਤੇ ਜਿਹੜੀਆਂ ਕਿਤਾਬਾਂ ਨੇ ਉੱਚ ਪੱਧਰ ਦੀਆਂ, ਜਿਵੇਂ ਬ੍ਰਹਮ ਜਗਦੀਸ਼ ਹੈ, ਰਜਿੰਦਰ ਸੇਖੋਂ ਦੀ ਹੈ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ, ਅਤੇ ਪਟਿਆਲਾ ਯੂਨੀਵਰਸਿਟੀ ਦੀਆਂ ਕਿਤਾਬਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ, ਜਾਂ ਪੰਜਾਬੀ ਭਾਸ਼ਾ ਅਕਾਦਮੀ ਦਿੱਲੀ ਦੀਆਂ ਕਿਤਾਬਾਂ ਨੇ, ਉਹਨਾਂ ਵਿੱਚੋਂ ਵੀ ਅਸੀਂ ਲਾਹਾ ਖੱਟ ਸਕਦੇ ਹਾਂ। ਹੁਣ ਬਾਣੀਕਾਰ ਆ ਗਏ, ਇਹਦੇ ਵਿੱਚ ਬਾਣੀਕਾਰ ਆ ਗਏ ਆਪਣੇ ਗੁਰੂ ਨਾਨਕ ਦੇਵ ਜੀ, ਠੀਕ ਹੈ। ਬਾਣੀ ਵਿੱਚੋਂ ਕਿਹੜੀ ਕਿਹੜੀ ਬਾਣੀ ਦੀ ਗੱਲ ਕੀਤੀ ਗਈ ਹੈ? ਜਪਜੀ ਸਾਹਿਬ, ਸਿੱਧ ਗੋਸ਼ਟ, ਪੱਟੀ, ਬਾਬਰ ਬਾਣੀ, 12 ਮਾਹ ਤੁਖਾਰੀ ਅਤੇ ਵਾਰਾਂ। ਅਤੇ 12 ਮਾਹ ਤੁਖਾਰੀ ਵਿੱਚ ਗੁਰੂ ਨਾਨਕ ਦਾ ਹੈ, ਅਤੇ ਮਾਝ ਵਿੱਚ ਕਿਹਦਾ ਹੈ? ਗੁਰੂ ਅਰਜਨ ਦੇਵ ਜੀ ਦਾ। ਗੁਰੂ ਅਰਜਨ ਦੇਵ ਜੀ ਦੇ 52 ਅੱਖਰੀ ਸੁਖਮਣੀ, 12 ਮਾਹ ਮਾਝ ਅਤੇ ਵਾਰਾਂ ਦੀ ਗੱਲ ਕਰਨੀ ਇਹਦੇ ਵਿੱਚ ਆਪਾਂ, ਠੀਕ ਹੈ। ਗੁਰੂ ਤੇਗ ਬਹਾਦਰ ਦੇ ਸਲੋਕਾਂ ਦੀ ਗੱਲ ਕੀਤੀ ਗਈ ਹੈ। ਇਹ ਕਾਹਦੇ BA ਪੱਧਰ 'ਤੇ ਜਿਹੜਾ ਕਿਤਾਬਾਂ ਉਹਦੇ ਵਿੱਚੋਂ ਇਹ ਪ੍ਰਸ਼ਨ ਪੁੱਛੇ ਜਾਣਗੇ। ਸੂਫੀ ਕਵੀ ਕਿਹੜੇ ਆ ਗਏ? ਬਾਬਾ ਸ਼ੇਖ ਫਰੀਦ ਆ ਗਏ, ਸਾਹਬ ਹੁਸੈਨ, ਸੁਲਤਾਨ ਬਾਊ, ਮੀਆਂ ਵਜੀਦ ਅਤੇ ਬੁੱਲੇ ਸ਼ਾਹ, ਠੀਕ ਹੈ। ਇਹਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਣਗੇ। ਫਿਰ ਕਿੱਸਾ ਕਾਵ, ਕਿੱਸੇ ਕਾਵ ਦੇ ਵਿੱਚੋਂ ਦਮੋਦਰ ਹੈ, ਪੀਲੂ ਹੈ, ਵਾਰਿਸ ਸ਼ਾਹ ਹੈ, ਹਾਸ਼ਮ ਹੈ। ਹੁਣ ਇਹ ਪ੍ਰਸ਼ਨ ਪੁੱਛੇ ਜਾਂਦੇ ਹੈ ਦਮੋਦਰ ਦੀ ਹੀਰ ਵਿੱਚੋਂ, ਠੀਕ ਹੈ। ਦਮੋਦਰ ਨੇ ਕਿਹੜੇ ਛੰਦ ਵਿੱਚ ਹੀਰ ਲਿਖੀ? ਪੀਲੂ ਦਾ ਮਿਰਜ਼ਾ ਸਾਹਿਬਾ ਸਦ ਕਾਵਿ ਰੂਪ ਵਿੱਚ ਹੈ, ਠੀਕ ਹੈ। ਇਹ ਸਭ ਤੋਂ ਪਹਿਲਾਂ ਕਿਹਨੇ ਲਿਖਿਆ, ਕਿਹਨੇ ਛਪਵਾਇਆ, ਕਿਹਨੇ ਲਿਖਵਾਇਆ, ਠੀਕ ਹੈ। ਇਹਦੇ ਬਾਰੇ ਗੱਲ ਕਰਾਂਗੇ ਆਪਾਂ ਜਦੋਂ ਕਿਤੇ ਪੰਜਾਬੀ ਸਾਹਿਤ ਦੀ ਵੀਡੀਓ ਬਣਾਵਾਂਗੇ, ਠੀਕ ਹੈ। ਫਿਰ ਵਾਰਿਸ ਸ਼ਾਹ ਬਾਰੇ, ਠੀਕ ਹੈ, ਇਹ ਵੀ ਪੁੱਛ ਲੈਂਦੇ ਆ ਵੀ ਕਿਹੜੀ ਸ਼ੈਲੀ ਵਿੱਚ ਲਿਖਿਆ ਗਿਆ ਕਿੱਸਾ। ਹਾਸ਼ਮ ਦੇ ਦੋਹੜਿਆਂ ਵਿੱਚੋਂ ਅਤੇ ਡਿਊਡਾਂ ਵਿੱਚੋਂ ਪ੍ਰਸ਼ਨ ਪੁੱਛਿਆ ਜਾਂਦਾ ਹੈ। ਡਿਊਡਾਂ ਵਿੱਚੋਂ ਪ੍ਰਸ਼ਨ ਆਏ ਆ, ਡਿਊਡਾਂ ਕੀ ਹੁੰਦੀਆਂ ਨੇ, ਠੀਕ ਹੈ। ਸੱਸੀ ਪੁੰਨੂ, ਸੋਹਣੀ ਮਹਿਵਾਲ, ਇਹ ਵੀ ਹਾਸ਼ਮ ਦੇ ਨੇ, ਠੀਕ ਹੈ। ਕਾਦਰ ਯਾਰ ਪੂਰਨ ਭਗਤ ਹੈ, ਕਿਹੜੇ ਛੰਦ ਵਿੱਚ ਹੈ, ਇਹ ਕਿੱਸਾ ਕਿਵੇਂ ਲਿਖਿਆ ਗਿਆ ਹੈ, ਇਹ ਕਿੱਸਾ ਲਿਖਣ ਦਾ ਕੀ ਭਾਵ ਸੀ, ਠੀਕ ਹੈ। ਸੋਹਣੀ ਮਹਿਵਾਲ, ਸ਼ਰਪੀ ਸਰਦਾਰ ਹਰੀ ਸਿੰਘ ਨਲੂਆ, ਫਜ਼ਲ ਸ਼ਾਹ ਦੀ ਸੋਹਣੀ ਮਹਿਵਾਲ, ਇਹ ਸਾਰੇ ਕਿੱਸਾ ਕਵੀ ਹੈ ਅਤੇ ਕਿੱਸੇ ਵੀ ਦੇ ਰੱਖੇ ਨਾਲ। ਇਹਨਾਂ ਵਿੱਚੋਂ ਬਹੁਤ ਜ਼ਰੂਰੀ ਪ੍ਰਸ਼ਨ ਆਉਣਗੇ ਅਤੇ ਤੁਸੀਂ ਉਹ ਕਰਨੇ ਵੀ ਹੈ। ਫਿਰ ਵਾਰਕਾਰ ਅਤੇ ਜੰਗਨਾਮਾ ਲਿਖ ਭਾਈ ਗੁਰਦਾਸ ਨੇ ਵਾਰਾਂ ਲਿਖੀਆਂ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਪ੍ਰਸ਼ਨ ਵੀ ਆਇਆ ਸੀ ਨਾ ਰੀਡ ਵਿੱਚ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਇਹ ਭਾਈ ਗੁਰਦਾਸ ਦੀ ਵਾਰ ਹੈ, ਠੀਕ ਹੈ। ਅਤੇ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਹੈ, ਨਜਾਬਤ ਦੀ ਵਾਰ, ਨਾਦਰ ਸ਼ਾਹ ਦੀ ਵਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਸ਼ਾਹ ਮੁਹੰਮਦ ਦਾ ਜੰਗਨਾਮਾ, ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ। ਅਤੇ ਇਹਨੂੰ ਤੁਸੀਂ ਹਰ ਲੇਖਕ ਦਾ ਜਨਮ ਕਿੱਥੇ ਹੋਇਆ, ਕਦੋਂ ਹੋਇਆ, ਜਿਵੇਂ ਕਈ ਵਾਰੀ ਪੁੱਛ ਲੈਂਦੇ ਆ ਸ਼ਾਹ ਮੁਹੰਮਦ ਦਾ ਜਨਮ ਕਿੱਥੇ ਹੋਇਆ, ਨਜਾਬਤ ਦਾ ਜਨਮ ਕਿੱਥੇ ਹੋਇਆ, ਠੀਕ ਹੈ। ਉਸ ਤੋਂ ਬਾਅਦ ਆਇਆ ਇਹਦਾ ਆਧੁਨਿਕ ਪੰਜਾਬੀ ਸਾਹਿਤ।
ਹੁਣ ਤੁਸੀਂ ਇਹ 'ਚ BA ਲੈਵਲ 'ਤੇ ਤੁਹਾਡੇ ਜਿਹੜੇ ਕਵੀ ਆ ਉਹ ਵੀ ਪੜ੍ਹਨੇ ਆ, ਠੀਕ ਹੈ। 12ਵੀਂ ਲੈਵਲ 'ਚ 11ਵੀਂ 10ਵੀਂ ਦੇ ਵਿੱਚ ਜਿਹੜੇ ਤੁਹਾਡੇ ਕਵੀ ਆ ਉਹ ਕਵੀ ਵੀ ਤੁਸੀਂ ਪੜ੍ਹਨੇ ਬਹੁਤ ਜ਼ਰੂਰੀ ਹੈ, ਠੀਕ ਹੈ। ਹੁਣ ਇਹਦੇ ਵਿੱਚ ਆ ਜਾਂਦਾ ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਧਨੀ ਰਾਮ ਚਾਤਰਿਕ, ਪ੍ਰੋਫੈਸਰ ਮੋਹਨ ਸਿੰਘ, ਅਮਰਤਾ ਪ੍ਰੀਤਮ ਸਿੰਘ ਸਫੀਰ, ਡਾਕਟਰ ਹਰਭਜਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਸੋਹਣ ਸਿੰਘ ਮੀਸ਼ਾ, ਸਰਜੀਤ ਪਾਤਰ। ਬੜੇ ਸਿਰੇ ਦੇ ਕਵੀ ਨੇ, ਇਹ ਸਿਰਾ ਹੀ ਲਾਉਂਦੇ ਨੇ, ਅਤੇ ਸਿਰਾ ਤੁਸੀਂ ਲਾ ਦੇਣਾ ਇਹਨਾਂ ਨੂੰ ਪੜ੍ਹ ਕੇ, ਠੀਕ ਹੈ। ਉਦੋਂ ਬਾਅਦ ਪੰਜਾਬੀ ਨਾਵਲ ਆ ਗਿਆ, ਸਭ ਤੋਂ ਜ਼ਿਆਦਾ ਨਾਵਲ ਲਿਖਣ ਵਾਲਾ ਬਾਬਾ ਨਾਨਕ ਸਿੰਘ, ਠੀਕ ਹੈ। ਸੁਰਿੰਦਰ ਸਿੰਘ ਨਰੋਲਾ ਪਿਓ ਪੁੱਤਰ ਵਾਲਾ, ਜਸਵੰਤ ਸਿੰਘ ਕੰਵਲ, ਠੀਕ ਹੈ। ਪੂਰਨਮਾਸ਼ੀ, ਹਾਣੀ, ਠੀਕ ਹੈ। ਸੱਚ ਨੂੰ ਫਾਂਸੀ, ਇਹ ਨਾਵਲ ਲਿਖਣ ਵਾਲਾ। ਗੁਰਦਿਆਲ ਸਿੰਘ ਆ ਗਿਆ, ਠੀਕ ਹੈ। ਮੜੀ ਦੇ ਦੀਵੇ ਵਾਲਾ, ਰਾਮ ਸਰੂਖ ਅਣਖੀ, ਕੋਠੇ ਖੜਕ ਸਿੰਘ ਵਾਲਾ, ਕਰਮਜੀਤ ਕੁੱਸਾ, ਦਲੀਪ ਕੌਰ ਟਿਵਾਣਾ, ਇਹਨਾਂ ਦੇ ਨਾਵਲ ਜਿਹੜੇ ਤੁਸੀਂ ਪੜ੍ਹਨੇ ਬਹੁਤ ਜ਼ਰੂਰੀ ਹੈ ਤੁਹਾਨੂੰ, ਠੀਕ ਹੈ। ਪੰਜਾਬੀ ਨਿੱਕੀ ਕਹਾਣੀ, ਗੁਰਬਖਸ਼ ਸਿੰਘ ਪ੍ਰੀਤਲੜੀ, ਜਿਹਦਾ ਫਲਸਫਾ ਸੀਗਾ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ, ਇਹ ਵੀ ਪੁੱਛ ਲੈਂਦੇ ਹੈ। ਸੰਤ ਸਿੰਘ ਸੇਖੋ, ਠੀਕ ਹੈ। ਬੌਧਿਕਵਾਦੀ ਸੁਜਾਨ ਸਿੰਘ ਪ੍ਰਗਤੀਵਾਦੀ ਆ ਗਿਆ। ਕਰਤਾਰ ਸਿੰਘ ਦੁੱਗਲ, ਸਭ ਤੋਂ ਜ਼ਿਆਦਾ ਕਹਾਣੀਆਂ ਲਿਖਣ ਵਾਲਾ। ਕੁਲਵੰਤ ਸਿੰਘ ਵਿਰਕ, ਕਹਾਣੀ ਦਾ ਪੰਜਾਬੀ ਕਹਾਣੀ ਦਾ ਸ਼ਾਹ ਸਵਾਰ। ਪ੍ਰੇਮ ਪ੍ਰਕਾਸ਼, ਅਜੀਤ ਕੌਰ, ਵਰਿਆਮ ਸੰਧੂ, ਵੱਡੀਆਂ ਕਹਾਣੀਆਂ ਲੰਮੀਆਂ ਕਹਾਣੀਆਂ ਲਿਖਣ ਵਾਲਾ। ਗੁਰਬਚਨ ਸਿੰਘ ਭੁੱਲਰ, ਠੀਕ ਹੈ। ਇਹ ਸਾਰੇ ਤੁਸੀਂ ਕਹਾਣੀਕਾਰ ਹੈ, ਇਹਨਾਂ ਕਹਾਣੀਆਂ ਨੂੰ ਤੁਸੀਂ ਚੰਗੀ ਤਰੀਕੇ ਨਾਲ ਵੀ ਪੜ੍ਹਨਾ ਹੈ। ਫਿਰ ਪੰਜਾਬੀ ਨਾਟਕ ਤੇ ਇਕਾਂਗੀ, ਈਸ਼ਵਰ ਚੰਦਰ ਨੰਦਾ ਸਭ ਤੋਂ ਪਹਿਲਾਂ ਜਿਹੜਾ ਨਾਟਕ ਲਿਖਣ ਵਾਲਾ ਹੈ, ਠੀਕ ਹੈ। ਸੰਤ ਸਿੰਘ ਸੇਖੋ, ਮਿੱਤਰ ਪਿਆਰਾ ਵਾਲਾ। ਹਰਚਰਨ ਸਿੰਘ, ਕਪੂਰ ਸਿੰਘ ਘੁੰਮਣ, ਆਤਮਜੀਤ, ਕੈਂਬੂਲੂਪਸ ਦੀਆਂ ਮੱਛੀਆਂ, ਰਿਸ਼ਤਿਆਂ ਦਾ ਕੀ ਰੱਖੀਏ ਨਾਂ, ਠੀਕ ਹੈ। ਚਰਨਦਾਸ ਸਿੱਧੂ, ਸਰਜੀਤ ਸਿੰਘ ਸੇਠੀ, ਅਜਮੇਰ ਸਿੰਘ ਔਲਖ। ਤਿਕੜੀ ਹੈ ਤਿੰਨਾਂ ਦੀ, ਆਤਮਜੀਤ, ਚਰਨਦਾਸ ਸਿੱਧੂ ਤੇ ਅਜਮੇਰ ਸਿੰਘ ਔਲਖ। ਅਤੇ ਇਹਨਾਂ ਦੇ ਨਾਟਕ ਤਾਂ ਤੁਸੀਂ ਰੱਟ ਲੈਣੇ ਆ, ਇਹ ਬੰਦਿਆਂ ਨੂੰ ਬੜੇ ਖਤਰਨਾਕ ਨੇ, ਅਤੇ ਇਹਨਾਂ ਦੇ ਪ੍ਰਸ਼ਨ ਵੀ ਬੜੇ ਆਉਂਦੇ ਨੇ, ਠੀਕ ਹੈ। ਸੱਤ ਬਗਾਨੇ, ਬਗਾਨੇ ਬੋਹੜ ਦੀ ਛਾਂ। ਪੰਜਾਬੀ ਵਾਰਤਕ ਵਿੱਚ ਜਿਹੜਾ ਆ ਜਾਂਦਾ ਹੈ ਨਿਬੰਧ ਸ਼ਰਧਾ ਰਾਮ ਫਲੋਰੀ ਆ ਜਾਂਦਾ ਹੈ, ਜਿਹਨੇ ਓਮ ਜੈ ਜਗਦੀਸ਼ ਹਰੇ ਜਿਹੜੀ ਆਰਤੀ ਲਿਖੀ ਸੀਗੀ, ਉਹ ਕਿਹਨੇ ਲਿਖੀ ਸੀਗੀ? ਸ਼ਰਧਾ ਰਾਮ ਫਲੋਰੀ ਨੇ ਲਿਖੀ ਸੀਗੀ। ਨਿਬੰਧ ਵਿੱਚ ਇਹਦੇ ਇਹ ਪੁੱਛ ਲੈਂਦੇ ਆ ਵੀ ਇਹਨੇ ਕਿਹੜੀ ਕਿਹੜੀਆਂ ਪੰਜਾਬੀ ਬਾਤਚੀਤ ਅਤੇ ਜਿਹੜੀਆਂ ਸਿੱਖਾਂ ਦੇ ਰਾਜ ਦੀ ਵਿੱਥਿਆ ਅਤੇ ਇਹ ਜਿਹੀਆਂ ਕਿਤਾਬਾਂ ਲਿਖੀਆਂ ਸੀਗੀਆਂ, ਉਹ ਵੀ ਪੁੱਛ ਲੈਂਦੇ ਨੇ, ਠੀਕ ਹੈ। ਪ੍ਰਿੰਸੀਪਲ ਤੇਜਾ ਸਿੰਘ, ਸਾਹਿਤ ਦਰਸ਼ਨ ਕਿਤਾਬ ਲਿਖੀ ਸੀ ਜਿਨ੍ਹਾਂ ਨੇ, ਠੀਕ ਹੈ। ਅਤੇ ਇਹਨਾਂ ਬਾਰੇ ਵੀ ਬਹੁਤ ਗੁਣੀ ਲੇਖਕ ਨੇ ਇਹ ਪ੍ਰਿੰਸੀਪਲ ਤੇਜਾ ਸਿੰਘ। ਅਤੇ ਪ੍ਰੋਫੈਸਰ ਪੂਰਨ ਸਿੰਘ, ਪੰਜਾਬੀ ਦਾ ਅਲਬੇਲਾ ਸ਼ਾਇਰ, ਠੀਕ ਹੈ। ਛੇਵਾਂ ਦਰਿਆ ਵੀ ਕਿਹਾ ਜਾਂਦਾ ਇਹਨੂੰ। ਇਹਨੇ ਤਾਂ ਕਿਹਾ ਸੀ ਨਾ ਪੰਜਾਬੀ ਸੰਧਾਂ ਨੂੰ ਨਵਾਬੀ ਜੁੱਤੀ ਦੀ ਕੈਦ ਮੰਨਿਆ, ਕਿਹਨੇ ਮੰਨਿਆ? ਪ੍ਰੋਫੈਸਰ ਪੂਰਨ ਸਿੰਘ ਨੇ। ਅਤੇ ਗਿਆਨੀ ਗੁਰਦਿੱਤ ਸਿੰਘ, ਇਹ ਕੌਣ ਹੈ? ਮੇਰਾ ਪਿੰਡ ਵਾਲਾ। ਪ੍ਰੋਫੈਸਰ ਸਾਹਿਬ ਸਿੰਘ, ਸੁਰਿੰਦਰ ਸਿੰਘ ਵਣਜਾਰਾ ਬੇਦੀ। ਪ੍ਰਿੰਸੀਪਲ ਸਰਵਣ ਸਿੰਘ, ਜਿਹੜਾ ਖਿਡਾਰੀ ਦੇ ਜਿਹੜੇ ਲੇਖ ਲਿਖਦਾ ਹੈ ਉਹ ਪ੍ਰਿੰਸੀਪਲ ਸਰਵਣ ਸਿੰਘ ਲਿਖਦਾ ਹੈ। ਜਿਹੜਾ ਲੋਕਧਾਰਾ ਦੀ ਗੱਲ ਕਰਦਾ ਉਹ ਵਣਜਾਰਾ ਬੇਦੀ ਕਰਦਾ ਹੈ। ਸਫ਼ਰਨਾਮਾ ਲਾਲ ਸਿੰਘ ਕਮਲਾ ਅਕਾਲੀ ਦਾ, ਠੀਕ ਹੈ। ਇਹਦੇ ਵਿੱਚੋਂ ਪੁੱਛ ਲੈਂਦੇ ਨੇ। ਬਲਰਾਜ ਸਾਹਨੀ ਦਾ ਮੇਰਾ ਪਾਕਿਸਤਾਨੀ ਸਫ਼ਰਨਾਮਾ। ਮਨਮੋਹਨ ਬਾਵਾ ਦਾ, ਮਨਮੋਹਨ ਬਾਵਾ ਤਾਂ ਬਹੁਤ ਮਸ਼ਹੂਰ ਹੋ ਗਿਆ, ਠੀਕ ਹੈ। ਇਹਦੇ ਸਫ਼ਰਨਾਮੇ ਵਿੱਚੋਂ ਤਾਂ ਬਹੁਤ ਪ੍ਰਸ਼ਨ ਪੁੱਛੇ ਜਾਂਦੇ ਆ। ਲਾਲ ਸਿੰਘ ਕਮਲਾ ਅਕਾਲੀ ਦੇ ਵੀ ਜਿਹੜੇ ਪਿਛਲੇ ਪੇਪਰ ਹੋਏ ਨੇ ਸੈਕੰਡ ਗ੍ਰੇਡ ਦੇ, ਬੜੇ ਪ੍ਰਸ਼ਨ ਉਹ 'ਚੋਂ ਆਏ ਨੇ, ਠੀਕ ਹੈ। ਅਤੇ ਉਦੋਂ ਬਾਅਦ ਸਿਵਲ ਜੀਵਨੀਆਂ, ਪ੍ਰਿੰਸੀਪਲ ਤੇਜਾ ਸਿੰਘ ਦੀ ਆਰਸੀ ਹੈ, ਅਤੇ ਨਾਨਕ ਸਿੰਘ ਦੀ ਮੇਰੀ ਦੁਨੀਆ, ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਆਪ ਬੀਤੀ, ਠੀਕ ਹੈ। ਇਹ ਐਵੇਂ ਨਹੀਂ ਲਿਖੀਆਂ, ਇਹ ਇਹਨਾਂ ਦੇ ਆਧਾਰ 'ਤੇ ਪ੍ਰਸ਼ਨ ਪੁੱਛੇ ਜਾਂਦੇ ਨੇ, ਠੀਕ ਹੈ। ਮਹਿੰਦਰ ਸਿੰਘ ਰੰਧਾਵਾ ਦੀ ਜਿਹੜੀ ਹੈ ਆਪ ਬੀਤੀ ਹੈ, ਠੀਕ ਹੈ, ਸਵੈ ਜੀਵਨੀ ਹੈ, ਅਤੇ ਇਹਦੇ ਵਿੱਚੋਂ ਪ੍ਰਸ਼ਨ ਆਇਆ। ਇਹਦਾ ਜਿਹੜਾ ਕਿਤਾਬ ਹੈ ਨਾ ਆਪਣੇ ਗ੍ਰੈਜੂਏਸ਼ਨ ਲੈਵਲ 'ਤੇ ਕਿਤਾਬ ਹੈਗੀ ਹੈ ਰੀਝਾਂ ਅਤੇ ਰਮਜ਼ਾਂ, ਅਤੇ ਉਹਨਾਂ ਦੇ ਪਿੱਛੇ ਜਿੰਨੇ ਵੀ ਵਾਰਤਕਕਾਰ ਹੈ ਸਾਰੇ ਪੜ੍ਹ ਲੈਣੇ ਆ ਚੰਗੀ ਤਰੀਕੇ ਨਾਲ। ਅਤੇ ਜੇ ਤੁਸੀਂ ਜਿਹੜੇ ਨਿਬੰਧ ਲਿਖੇ ਆ, ਲੇਖ ਲਿਖੇ ਆ, ਉਹ ਪੜ੍ਹ ਲਓ ਤਾਂ ਫਿਰ ਤਾਂ ਸੋਨੇ 'ਤੇ ਸੁਹਾਗਾ ਹੀ ਹੈ, ਠੀਕ ਹੈ। ਅਤੇ ਉਹਦੇ ਵਿੱਚੋਂ ਪ੍ਰਸ਼ਨ ਆਇਆ ਸੀਗਾ ਪਿੰਡ ਦੀਆਂ ਰੌਣਕਾਂ, ਜਿਹੜਾ ਨਿਬੰਧ ਹੈ ਮਹਿੰਦਰ ਸਿੰਘ ਰੰਧਾਵਾ ਦਾ, ਇਹ ਕਿਹਦੇ ਵਿੱਚੋਂ ਲਿਆ ਗਿਆ ਹੈ? ਇਹ ਆਪ ਬੀਤੀ 'ਚੋਂ ਲਿਆ ਗਿਆ, ਪ੍ਰਸ਼ਨ ਆਇਆ ਹੈ। ਅੰਮ੍ਰਿਤਾ ਪ੍ਰੀਤਮ ਦੀ ਸਿਵਲ ਜੀਵਨੀ ਹੈ, ਰਸੀਦੀ ਟਿਕਟ। ਅਜੀਤ ਕੌਰ ਦੀ ਹੈ ਖਾਣਾ ਬਦੋਸ਼ ਅਤੇ ਕੂੜਾ ਕਬਾੜਾ ਵੀ ਹੈਗੀ ਹੈ, ਠੀਕ ਹੈ। ਇਹਨਾਂ ਵਿੱਚੋਂ ਪ੍ਰਸ਼ਨ ਪੁੱਛੇ ਜਾਂਦੇ ਨੇ। ਉਸ ਤੋਂ ਬਾਅਦ ਆ ਗਿਆ ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਅਤੇ ਪਛਾਣ ਚਿੰਨ੍ਹ, ਠੀਕ ਹੈ। ਇਹਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਂਦੇ ਨੇ ਪੰਜਾਬੀ ਸੱਭਿਆਚਾਰ ਦੇ ਬਾਰੇ, ਠੀਕ ਹੈ। ਅਤੇ ਪੰਜਾਬੀ ਰੀਤਾਂ ਰਸਮਾਂ ਹੋ ਗਈਆਂ, ਜਨਮ, ਵਿਆਹ ਅਤੇ ਮੌਤ। ਪੰਜਾਬੀ ਭਾਸ਼ਾ, ਨਿਕਾਸ, ਵਿਕਾਸ ਅਤੇ ਵਿਸ਼ੇਸ਼ਤਾਵਾਂ। ਗੁਰਮੁਖੀ ਲਿਪੀ, ਜਨਮ, ਵਿਕਾਸ ਅਤੇ ਵਿਸ਼ੇਸ਼ਤਾਵਾਂ। ਇਹਦੀਆਂ ਕੁਝ ਕਿਤਾਬਾਂ ਨੇ ਜਿਹੜੀਆਂ ਬਹੁਤ ਜ਼ਰੂਰੀ ਨੇ, ਉਹ ਤੁਸੀਂ ਥੋੜ੍ਹੇ ਕਿਤਾਬ ਚਾਹੇ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ,
ਪਰ ਉਹਦੇ ਵਿੱਚੋਂ ਕਿੰਨਾ ਕਿੰਨਾ ਟੌਪਿਕ ਤੁਸੀਂ ਪੜ੍ਹਨਾ ਹੈ ਉਹ ਤੁਸੀਂ ਸਿਲੇਬਸ ਦੇ ਆਧਾਰ 'ਤੇ ਵੇਖ ਕੇ ਪੜ੍ਹ ਲੈਣਾ। ਠੀਕ ਹੈ। ਉਸ ਤੋਂ ਬਾਅਦ ਆਉਂਦਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਅਧਿਆਪਨ ਸਿੱਖਣ ਪ੍ਰਕਿਰਿਆ ਨਾਲ ਸੰਬੰਧਿਤ ਪਾਠਕ੍ਰਮ। ਇਹ ਪੰਜਾਬੀ ਭਾਸ਼ਾ ਦੇ ਅਧਿਆਪਨ ਦੀਆਂ ਵਿਧੀਆਂ ਦੇ, ਜਿਵੇਂ ਇੰਦਰਦੇਵ ਨੰਦਰਾ ਦੀ ਬੁੱਕ ਹੈਗੀ ਹੈ, ਸੁਖਵਿੰਦਰ ਸਿੰਘ ਸੇਖੋਂ ਅਤੇ ਮਨਦੀਪ ਕੌਰ ਸੇਖੋਂ ਦੀ ਬੁੱਕ ਹੈਗੀ ਹੈ, ਜਿਹਨੂੰ ਕਲਿਆਣੀ ਪਬਲੀਕੇਸ਼ਨ ਨੇ ਪਬਲਿਸ਼ ਕੀਤਾ ਸੀਗਾ। ਠੀਕ ਹੈ। ਇਹਨਾਂ ਵਿੱਚੋਂ ਵੀ ਪ੍ਰਸ਼ਨ ਤੁਸੀਂ ਬਹੁਤ ਪ੍ਰਸ਼ਨ ਆਉਂਦੇ ਨੇ ਵੀ ਇੰਦਰਦੇਵ ਨੰਦਰਾ ਵਾਲੀ ਬੁੱਕ ਜਿਵੇਂ ਹੋਊਗੀ, ਜਾਂ ਪੰਜਾਬੀ ਭਾਸ਼ਾ ਦੇ ਅਧਿਆਪਨ ਵਿੱਚ ਅਜੋਕੇ ਟਾਈਮ ਵਿੱਚ ਰੀੜ ਦੀ ਤੁਸੀਂ ਪ੍ਰੀਖਿਆ ਵਿੱਚ ਵੇਖ ਚੁੱਕੇ ਹੋ। ਠੀਕ ਹੈ। ਪੰਜਾਬੀ ਭਾਸ਼ਾ ਦੇ ਅਧਿਆਪਨ ਵਿੱਚੋਂ ਬਹੁਤ ਸਾਰੇ ਪ੍ਰਸ਼ਨ ਆਉਂਦੇ ਨੇ, ਅੱਧੋ ਅੱਧੀ ਕਰ ਦਿੰਦੇ ਨੇ। ਠੀਕ ਹੈ। ਇਹਦੇ ਵਿੱਚ ਸੈਕੰਡ ਗ੍ਰੇਡ ਵਿੱਚੋਂ ਤਾਂ ਮੈਂ ਕਹਿੰਦਾ ਵੀ ਬਹੁਤ ਸਾਰੇ ਪ੍ਰਸ਼ਨ ਜਿਹੜੇ ਆ ਪੰਜਾਬੀ ਭਾਸ਼ਾ ਦੇ ਅਧਿਆਪਨ ਵਿੱਚੋਂ ਪੁੱਛੇ ਜਾਣੇ ਆ। ਠੀਕ ਹੈ। ਜਿਵੇਂ ਵਿਧੀਆਂ ਆ ਗਈਆਂ ਇਹਦੇ ਵਿੱਚ, ਪੰਜਾਬੀ ਭਾਸ਼ਾ ਅਧਿਆਪਨ ਦੇ ਸਿਧਾਂਤ, ਸੂਤਰ, ਉਦੇਸ਼ ਆ ਗਏ, ਪੰਜਾਬੀ ਕੌਸ਼ਲਾਂ LSRW ਜਿਹੜਾ ਹੋ ਗਿਆ ਆਪਣਾ, ਲਿਸਨਿੰਗ, ਸਪੀਕਿੰਗ, ਰੀਡਿੰਗ ਅਤੇ ਰਾਈਟਿੰਗ, ਇਹਦੇ ਵਿੱਚੋਂ ਪੁੱਛੇ ਜਾਣਗੇ ਪ੍ਰਸ਼ਨ। ਫਿਰ ਆ ਗਿਆ ਭਾਸ਼ਾ ਸਾਹਿਤ ਅਧਿਆਪਨ ਦੀਆਂ ਵਿਧੀਆਂ ਪ੍ਰਣਾਲੀਆਂ, ਕਿਹੜੀਆਂ ਕਿਹੜੀਆਂ ਕਵਿਤਾ ਦੀਆਂ, ਨਾਟਕ ਅਤੇ ਇਕਾਂਗੀ ਦੀਆਂ। ਕਵਿਤਾ ਦੀਆਂ ਵਿਧੀਆਂ ਜਿਹੜੀਆਂ ਤੁਹਾਨੂੰ ਮੈਂ ਕਰਵਾਈਆਂ ਤੁਸੀਂ ਉਹੀ ਕਰ ਸਕਦੇ ਹੋ, ਵੀਡੀਓ ਦੇਖ ਸਕਦੇ ਹੋ। ਠੀਕ ਹੈ। ਸੇਮ ਨੇ ਰੀਡ ਵਿੱਚ ਜਿਹੜੀਆਂ ਕਰਵਾਈਆਂ ਨੇ। ਉਸ ਤੋਂ ਬਾਅਦ ਨਾਟਕ ਅਤੇ ਇਕਾਂਗੀ, ਨਾਵਲ ਅਤੇ ਨਿੱਕੀ ਕਹਾਣੀ, ਨਿਬੰਧ, ਸਫ਼ਰਨਾਮਾ, ਜੀਵਨ ਅਤੇ ਸਵੈ ਜੀਵਨੀ, ਪੰਜਾਬੀ ਵਿਆਕਰਨ। ਵਿਆਕਰਨ ਦੀਆਂ ਵਿਧੀਆਂ ਵਿੱਚੋਂ ਅਤੇ ਕਵਿਤਾ, ਨਾਟਕ ਅਤੇ ਨਾਵਲ, ਇਹਦੇ ਵਿੱਚੋਂ 100% ਪ੍ਰਸ਼ਨ ਆਉਂਦਾ ਹੀ ਆਉਂਦਾ ਹੈ। ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਪੰਜਾਬੀ ਭਾਸ਼ਾ ਅਧਿਆਪਕ, ਪਾਠ ਪੁਸਤਕ, ਭਾਸ਼ਾ ਪੁਸਤਕਾਲਾ, ਭਾਸ਼ਾ ਪ੍ਰਯੋਗਸ਼ਾਲਾ, ਸਰੂਪ, ਉਦੇਸ਼ ਅਤੇ ਮਹੱਤਵ। ਇਹਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਣਗੇ। ਜਿਵੇਂ ਇਹਦੇ ਵਿੱਚ ਸਾਰਾ ਆ ਜਾਂਦਾ, ਆਪਣੇ ਮੁਲਾਂਕਣ ਆ ਜਾਂਦਾ ਹੈ, ਅਤੇ ਪਾਠ ਪੁਸਤਕ ਬਾਰੇ ਪੁੱਛਿਆ ਜਾਂਦਾ ਹੈ, ਜਿਹੜੀ ਲਾਇਬ੍ਰੇਰੀ ਹੈ ਪੰਜਾਬੀ ਭਾਸ਼ਾ ਦੀ ਉਹਦੇ ਬਾਰੇ ਗੱਲ ਕੀਤੀ ਜਾਂਦੀ ਹੈ, ਅਤੇ ਦੇਖਣ ਸੁਣਨ ਸਮੱਗਰੀ ਜਿਹੜੀ ਹੈ ਉਹ ਸਾਰੀ ਇਸ ਟੌਪਿਕ ਦੇ ਅੰਤਰਗਤ ਆ ਜਾਂਦੀ ਹੈ। ਹੁਣ ਆਪਣੇ ਕੋਲ 300 ਨੰਬਰਾਂ ਦਾ ਜਿਹੜਾ ਪੇਪਰ ਤੁਹਾਡਾ ਆਉਣਾ ਹੈ। ਠੀਕ ਹੈ। ਅਤੇ ਇਹਦੇ ਵਿੱਚ ਤੁਸੀਂ ਕਿਵੇਂ ਕਰਨਾ ਹੈ, ਅਤੇ ਵੀਡੀਓ ਜ਼ਿਆਦਾ ਲੰਮੀ ਤੁਹਾਨੂੰ ਲੱਗ ਰਿਹਾ ਹੋਣਾ ਵੀ ਹੋਊਗੀ ਗੁਰੂ ਜੀ, ਪਰ ਮੈਂ ਤੁਹਾਨੂੰ ਹੁਣ ਦੱਸਦਾ ਵੀ ਕਿਹੜੀ ਕਿਤਾਬ ਤੁਸੀਂ ਪੜ੍ਹਨੀ ਬਹੁਤ ਜ਼ਰੂਰੀ ਹੈ। ਕਿਤਾਬ ਦੀ ਫੋਟੋ ਦਿਖਾ ਕੇ ਵੀ ਆਹ ਕਿਤਾਬ ਮੰਗਾ ਲਓ। ਇਹ ਤੁਹਾਡੇ ਜਿਹੜੇ ਹੈ ਜਿੱਥੇ ਤੁਸੀਂ ਪੜ੍ਹਦੇ ਹੋ ਇੱਕ ਤੁਹਾਡਾ ਇਹ ਜਿਹਾ ਕਮਰਾ ਹੋਣਾ ਚਾਹੀਦਾ ਜਿੱਥੇ ਤੁਸੀਂ ਪੜ੍ਹਨਾ ਹੈ। ਠੀਕ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਡੇ ਕੋਲ ਆਪਾਂ ਕਹਿੰਦੇ ਵੀ ਸਾਨੂੰ ਟਾਈਮ ਨਹੀਂ ਮਿਲਦਾ ਜੀ, ਸਾਡੇ ਇੱਧਰ ਕੰਮ ਹੋ ਗਿਆ, ਘਰਾਂ ਦੇ ਕੰਮ ਸਾਨੂੰ ਬਹੁਤ ਕਰਨੇ ਪੈਂਦੇ ਆ ਜੀ, ਮੈਂ ਇਕੱਲਾ ਮਾਪਿਆਂ ਦਾ ਪੁੱਤ ਹਾਂ, ਅਤੇ ਮੇਰੇ ਕੋਲ ਤਾਂ ਜੀ ਸਾਡੇ ਤਾਂ ਲਾਈਟ ਦੀ ਵਿਵਸਥਾ ਹੈ ਨਹੀਂ, ਪੜ੍ਹਨ ਨੂੰ ਕੋਈ ਕਮਰਾ ਹੈ ਨਹੀਂ, ਕਿਉਂਕਿ ਹੁਣ ਜਿਵੇਂ ਬਾਰਿਸ਼ ਹੋਈ ਜਾਂਦੀ ਬਹੁਤ ਜ਼ਿਆਦਾ, ਕਿੱਥੇ ਪੜ੍ਹੀਏ। ਭਰਾਵੋ ਇਹ ਮੁਸੀਬਤਾਂ ਤੁਹਾਡੇ ਕੋਲ ਆਉਣਗੀਆਂ। ਜੇ ਜ਼ਿੰਦਗੀ 'ਚ ਜੰਗ ਜਿੱਤਣੀ ਆ ਨਾ, ਅਤੇ ਤੁਹਾਨੂੰ ਇਹ ਮੁਸੀਬਤਾਂ ਤੋਂ ਅਗਰ ਤੁਸੀਂ ਜਮਾਂ ਹੀ ਖੜਾ ਛਡਾਉਣਾ ਹੈ ਤਾਂ ਫਿਰ ਤੁਹਾਨੂੰ ਪੜ੍ਹਨਾ ਪਊਗਾ। ਠੀਕ ਹੈ। ਪਰਮਾਤਮਾ ਨੇ ਤੁਹਾਨੂੰ ਅੱਖਾਂ ਦਿੱਤੀਆਂ, ਤੁਹਾਡਾ ਦਿਮਾਗ ਦਿੱਤਾ ਹੈ। ਠੀਕ ਹੈ। ਅੱਖਾਂ ਨਾਲ ਤੁਸੀਂ ਕਿਤਾਬ ਦੇਖਣੀ ਹੈ। ਠੀਕ ਹੈ। ਅਤੇ ਦਿਮਾਗ ਦੇ ਵਿੱਚ ਉਹ ਕਿਤਾਬ ਰੱਖਣੀ ਹੈ। ਠੀਕ ਹੈ। ਇਹਨੂੰ ਵੀ ਥੋੜ੍ਹਾ ਜਿਹਾ ਵਧੀਆ ਰੱਖਿਆ ਕਰੋ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿਤਾਬਾਂ ਕਿਹੜੀਆਂ ਕਿਹੜੀਆਂ ਪੜ੍ਹੀਏ। ਆ ਜਾਓ ਫਿਰ। ਹੁਣ ਤੋਂ ਪਹਿਲਾਂ ਤੁਹਾਡੇ ਕੋਲ ਜਿਹੜਾ ਸਿਲੇਬਸ ਹੈ ਉਹਦੇ ਆਧਾਰ 'ਤੇ, ਜਿਵੇਂ ਤੁਹਾਡਾ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਤਰ ਦੀਆਂ ਕਿਤਾਬਾਂ, ਜਿਵੇਂ 9ਵੀਂ ਦੀ ਕਿਤਾਬ ਹੋ ਗਈ ਅਤੇ 8ਵੀਂ ਦੀ ਕਿਤਾਬ, 8ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਕਿਤਾਬਾਂ ਤੁਹਾਡੇ ਕੋਲ ਬਹੁਤ ਜ਼ਰੂਰੀ ਹੋਣੀਆਂ ਚਾਹੀਦੀਆਂ। ਇਹਦੇ ਵਿੱਚੋਂ ਕਿਤਾਬਾਂ ਦੇ ਵਿੱਚੋਂ ਤੁਸੀਂ ਇਹ ਕਰਨਾ ਹੈ ਵੀ ਕਵਿਤਾ ਅਲੱਗ ਉਤਾਰ ਲੈਣੀ ਹੈ। ਜਿਵੇਂ 6ਵੀਂ 8ਵੀਂ ਕਿਤਾਬ ਦੇ ਵਿੱਚ ਕਵਿਤਾ ਜਿਹੜੀਆਂ ਹੈਗੀਆਂ ਉਹਦੇ ਵਿੱਚ ਕਹਾਣੀਆਂ ਕਿਹੜੀਆਂ ਹੈ, ਕਹਾਣੀਆਂ ਦੇ ਲੇਖਕ ਕਿਹੜੇ ਕਿਹੜੇ ਹੈ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਹ ਕਵਿਤਾ ਕਿਹੜੇ ਲੇਖਕ ਦੀ ਹੈ, ਇਹ ਕਹਾਣੀ ਕਿਹੜੇ ਲੇਖਕ ਦੀ ਹੈ। ਠੀਕ ਹੈ। ਉਸ ਤੋਂ ਉਪਰੰਤ 9ਵੀਂ ਦੀ ਕਿਤਾਬ ਤੁਹਾਡੀ ਸਾਰੀ ਪੜ੍ਹਨ ਵਾਲੀ ਹੈ। ਉਹਦੇ ਵਿੱਚ ਤੁਹਾਡੇ ਸਾਰਾ ਵਿੱਚ ਪੁੱਛਿਆ ਜਾਂਦਾ, ਉਹਦੇ ਵਿੱਚ ਮੇਲੇ ਹੈ, ਲੋਕ ਖੇਡਾਂ, ਤਿਉਹਾਰ ਹੈ, ਉਹਦੇ ਵਿੱਚੋਂ ਪ੍ਰਸ਼ਨ ਆ ਜਾਂਦੇ ਹੈ। ਜਿਵੇਂ ਆਪਣੇ ਇਹਦੇ ਵਿੱਚ ਘੋੜੀਆਂ, ਸਿੱਠਣੀਆਂ, ਲਾਉਣੀਆਂ, ਸੁਹਾਗ, ਬੁਝਾਰਤਾਂ, ਟੱਪੇ, ਇਹ ਸਾਰੇ 9ਵੀਂ ਦੀ ਕਿਤਾਬ ਵਿੱਚ ਆ। ਉਹ ਕਿਤਾਬ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ 10ਵੀਂ ਦੀ ਕਿਤਾਬ ਜਿਹੜੀ ਹੈਗੀ ਹੈ ਸਿਲੇਬਸ ਦੀ ਲੱਗੀ ਆਪਣੇ ਰਾਜਸਥਾਨ ਦੇ ਵਿੱਚ, ਉਹ ਕਿਤਾਬ ਤੁਹਾਡੇ ਕੋਲ ਹੋਣੀ ਬਹੁਤ ਜ਼ਰੂਰੀ ਹੈ। ਫਿਰ 11ਵੀਂ ਕਿਤਾਬ ਜਿਹੜਾ ਪੰਜਾਬੀ ਭਾਸ਼ਾ ਦਰਪਣ ਭਾਗ ਪਹਿਲਾ। ਠੀਕ ਹੈ। ਇਹ ਤੁਹਾਡੇ ਕੋਲ ਇਹ ਕਿਤਾਬ ਨੂੰ ਤੁਸੀਂ ਸਾਰੀ ਨੂੰ ਪੜ੍ਹਨਾ। ਇਹਦਾ ਜਿਹੜਾ ਖੰਡ 3 ਖੰਡਾਂ ਵਿੱਚ ਵੰਡੀ ਹੋਈ ਕਿਤਾਬ ਹੈਗੀ, ਪਹਿਲਾ ਖੰਡ, ਦੂਜਾ ਅਤੇ ਤੀਜਾ। ਤੀਜਾ ਖੰਡ ਤੁਸੀਂ ਰੱਟ ਲੈਣਾ, ਤੀਜੇ ਖੰਡ ਨੂੰ। ਠੀਕ ਹੈ। ਉਹਦੇ ਵਿੱਚ ਸਾਹਿਤ ਉਹਦੇ ਵਿੱਚ ਪੁੱਛਿਆ ਜਾਂਦਾ, ਜਿਵੇਂ ਇਹਦੇ ਵਿੱਚ 11ਵੀਂ ਕਿਤਾਬ ਦੇ ਵਿੱਚ ਤੁਹਾਡੇ ਆ ਜਾਣਗੇ ਛੰਦ, ਅਲੰਕਾਰ ਪੁੱਛੇ ਗਏ। ਇਹਦੇ ਵਿੱਚ ਸਾਹਿਤ ਦੇ ਰੂਪ ਵਿੱਚੋਂ ਪ੍ਰਸ਼ਨ ਆ ਜਾਂਦੇ ਹੈ, ਅਤੇ ਇਤਿਹਾਸ ਵਿੱਚੋਂ ਪ੍ਰਸ਼ਨ ਆ ਜਾਂਦੇ ਆ, ਉਹ ਇਹਦੇ ਵਿੱਚ ਦਿੱਤਾ ਹੋਇਆ। ਫਿਰ 12ਵੀਂ ਦੀ ਕਿਤਾਬ ਜਿਹੜੀ ਹੈਗੀ ਹੈ ਤੁਹਾਡੀ ਹੈਗੀ ਹੈ ਪੰਜਾਬੀ ਸਾਹਿਤ ਦਰਪਣ ਭਾਗ ਦੂਜਾ।
ਹੁਣ ਕਈ ਬੱਚੇ ਕਹਿੰਦੇ ਵੀ ਗੁਰੂ ਜੀ ਕੀ ਪੜ੍ਹੀਏ, ਕੀ ਅਸੀਂ ਸੈਕੰਡ ਗ੍ਰੇਡ ਦੀ ਤਿਆਰੀ ਕਰੀਏ। ਪਹਿਲਾਂ ਇਹਨਾਂ ਕਿਤਾਬਾਂ ਨੂੰ ਤਾਂ ਕਵਰ ਕਰੋ ਤੁਸੀਂ। ਤੁਹਾਡੇ ਕੋਲੇ ਇੰਨੀ ਪਕੜ ਹੋਣੀ ਚਾਹੀਦੀ ਹੈ ਵੀ ਅਸੀਂ ਆਹ ਕਿਤਾਬਾਂ ਵਿੱਚੋਂ ਜੇ ਪ੍ਰਸ਼ਨ ਕੋਈ ਆ ਜਾਂਦਾ ਹੈ ਜੇ ਅਸੀਂ ਉਹ ਛੱਡਣਾ ਨਹੀਂ। ਉਸ ਤੋਂ ਬਾਅਦ ਵੱਡੇ ਪੱਧਰ ਦੀ ਆਪਾਂ ਗੱਲ ਕਰਾਂਗੇ, ਠੀਕ ਹੈ। ਇਹਦੇ ਵਿੱਚ ਵੀ ਤੁਸੀਂ ਉਵੇਂ ਕਰਨਾ ਹੈ, ਜਿਹੜੀਆਂ ਕਹਾਣੀਆਂ ਦੇ ਰੱਖੀਆਂ, ਜਿਵੇਂ ਕਵਿਤਾ ਦੇ ਰੱਖੀਆਂ, ਉਹਦੇ ਦਾ ਟਾਈਟਲ ਪੜ੍ਹ ਲਓ ਤੁਸੀਂ, ਠੀਕ ਹੈ। ਥੋੜ੍ਹਾ ਥੋੜ੍ਹਾ ਝਾਤੀ ਵੀ ਮਾਰੋ ਵੀ ਕਵਿਤਾ ਵਿੱਚ ਤੁੱਕ ਆ ਜਾਂਦੀ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਤੁੱਕ ਕਿਹਦੀ ਹੈ, ਕਿਹੜੇ ਕਿਹੜੇ ਕਵੀ ਆਪਣੇ ਆਧੁਨਿਕ ਕਾਵਿ ਦੇ ਵਿੱਚ ਕਵੀ, ਕਿਉਂਕਿ ਵੰਡਿਆ ਗਿਆ ਨਾ ਸਿਲੇਬਸ ਦੇ ਵਿੱਚ ਵੀ ਆਦਿ ਕਾਲ ਦੇ ਕਵੀ ਹੈ, ਮੱਧ ਕਾਲ ਦੇ ਕਵੀ ਹੈ, ਆਧੁਨਿਕ ਕਵੀ ਹੈ। ਆਧੁਨਿਕ ਕਵੀ ਆਪਣੇ ਦੇ ਰੱਖੇ ਹੈ 12ਵੀਂ ਦੀ ਕਿਤਾਬ ਦੇ ਵਿੱਚ। ਉਹ ਤੁਸੀਂ ਹਰ ਕਵੀ ਬਾਰੇ ਪਤਾ ਲਾ ਲੈਣਾ ਹੈ, ਉਹਦੇ ਜਨਮ ਬਾਰੇ, ਰਚਨਾਵਾਂ ਕਿਹੜੀਆਂ ਕਿਹੜੀਆਂ, ਹੋਰ ਕਿਹੜੀਆਂ ਕਿਹੜੀਆਂ ਹੈ, ਤੁਹਾਡੀ ਪਾਠ ਪੁਸਤਕ ਵਿੱਚ ਰਚਨਾਵਾਂ ਉਹਨੇ ਕਿਹੜੀਆਂ ਕਿਹੜੀਆਂ। ਜਿਹੜੀਆਂ ਤੁਹਾਡੀ ਪਾਠ ਪੁਸਤਕ ਵਿੱਚ ਰਚਨਾਵਾਂ ਉਹ ਤਾਂ ਛੱਡਣੀਆਂ ਹੀ ਨਹੀਂ ਹੈ, ਉਹ ਤਾਂ ਪੂਰੀਆਂ ਤੁਸੀਂ ਪੜ੍ਹਨੀਆਂ, ਠੀਕ ਹੈ। ਇਹਦਾ ਵੀ ਖੰਡ ਜਿਹੜਾ ਭਾਗ ਤੀਜਾ ਹੈ ਉਹਨੂੰ ਰੱਟ ਲੈਣਾ ਆਪਾਂ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ BA ਪੱਧਰ ਦੀਆਂ ਕਿਤਾਬਾਂ। BA ਪੱਧਰ ਦੀਆਂ ਕਿਤਾਬਾਂ ਜਿਹੜੀਆਂ ਹੈ ਉਹ ਜਿਵੇਂ ਸ਼ਬਦ ਸਵੇਰਾ ਹੋਈ, ਠੀਕ ਹੈ, ਰੀਝਾਂ ਤੇ ਰਮਜਾਂ, ਜੇ ਉਹ ਕਿਤਾਬਾਂ ਤੁਹਾਡੇ ਕੋਲ ਜੇ ਹੈ ਤਾਂ ਬਹੁਤ ਵਧੀਆ ਹੈ, ਜੇ ਨਹੀਂ ਹੈ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ, ਠੀਕ ਹੈ। ਉਹਦਾ ਆਪਣੇ ਕੋਲ ਵਿਕਲਪ ਹੈਗਾ, ਹੋਰ ਕਿਤਾਬਾਂ ਦਾ ਹੈਗਾ, ਉਹਨਾਂ ਨੂੰ ਪੜ੍ਹ ਕੇ ਅਸੀਂ ਪ੍ਰਸ਼ਨ ਕਰ ਲਵਾਂਗੇ। ਜਿਹਦੇ ਕੋਲ ਕਿਤਾਬਾਂ ਜੇ ਅਵਾਇਲੇਬਲ ਹੁੰਦੀਆਂ ਤੁਹਾਡੇ ਕੋਲ ਇਹ ਤਾਂ ਬਹੁਤ ਵਧੀਆ ਹੈ, ਠੀਕ ਹੈ। ਉਸ ਤੋਂ ਬਾਅਦ ਗੱਲ ਕਰਦੇ ਆਪਾਂ ਜਿਹੜਾ ਆਪਣੇ ਸਿਲੇਬਸ ਸੀ ਵਿਆਕਰਨ ਦਾ ਟੋਪਿਕ। ਵਿਆਕਰਨ ਵਾਸਤੇ ਮੈਂ ਤੁਹਾਨੂੰ 3-4 ਦੱਸੂਗਾ, ਉਹਦੇ ਵਿੱਚੋਂ ਤੁਹਾਡੇ ਕੋਲ ਜਿਹੜੇ ਹੈਗਾ ਬਾਹਲਾ ਵਧੀਆ ਹੈ, ਜੇ ਨਹੀਂ ਹੈ ਤਾਂ ਉਹ ਤੁਸੀਂ ਮੰਗਾ ਕੇ ਰੱਖਣਾ। ਜਿਵੇਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਿਆਕਰਨ ਜਿਹੜਾ ਹੈਗਾ ਬਹੁਤ ਵਧੀਆ ਵਿਆਕਰਨ ਹੈ ਬਾਈ, ਇਹਦੇ ਵਿੱਚ ਪ੍ਰਸ਼ਨ ਬਹੁਤ ਪੁੱਛੇ ਜਾਂਦੇ ਨੇ, ਠੀਕ ਹੈ। ਅਤੇ ਇਹ ਤੁਹਾਡੇ ਕੋਲ ਹੋਣਾ ਬਹੁਤ ਲਾਜ਼ਮੀ ਹੈ। ਜੇ ਨਹੀਂ ਹੈ, ਤੁਸੀਂ ਕਹਿੰਦੇ ਵੀ ਅਸੀਂ ਕਿੱਥੋਂ ਲਈਏ, ਪੰਜਾਬ 'ਚੋਂ ਮਿਲਦਾ ਤਾਂ ਸਾਡੇ ਕੋਲ ਵੀ ਅਸੀਂ ਹਬੋਰੋਂ ਵੀ ਤੁਸੀਂ ਲੈ ਸਕਦੇ ਹੋ ਇਹ, ਠੀਕ ਹੈ। ਅਤੇ ਜਿਵੇਂ DV ਸਕੂਲ ਦੇ ਸਾਹਮਣੇ ਕਿਤਾਬਾਂ ਵਾਲੀਆਂ ਦੁਕਾਨਾਂ ਨੇ, 3-4 PK ਪੁਸਤਕ ਭੰਡਾਰ, ਉਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ, ਜਾਂ ਮੈਦਾਨ ਪਬਲੀਕੇਸ਼ਨ ਵਾਲੇ ਆ ਪਟਿਆਲਾ ਯੂਨੀਵਰਸਿਟੀ ਕੈਂਪਸ ਦੇ ਸਾਹਮਣੇ, ਉਹ ਤੁਹਾਨੂੰ ਔਨਲਾਈਨ ਹੀ ਘਰੇ ਹੀ ਭੇਜ ਦਿੰਦੇ, ਕਿਤਾਬਾਂ ਭੇਜ ਦਿੰਦੇ। ਜਿਹੜੀ ਵੀ ਕਿਤਾਬ ਤੁਹਾਨੂੰ ਚਾਹੀਦੀ ਹੈ ਮੈਦਾਨ ਪਬਲੀਕੇਸ਼ਨ ਵਾਲੇ ਤੁਹਾਨੂੰ ਘਰੇ ਕਿਤਾਬ ਭੇਜ ਦਿੰਦੇ ਆ, ਅਤੇ ਨਾਲੇ ਉਹਦੇ ਵਿੱਚ ਡਿਸਕਾਊਂਟ ਵੀ ਦਿੰਦੇ ਆ, ਠੀਕ ਹੈ। ਉਸ ਤੋਂ ਬਾਅਦ ਇਹ ਹੋਣਾ ਚਾਹੀਦਾ, ਲਾਜ਼ਮੀ ਹੈ। ਫਿਰ ਤੁਹਾਡੇ ਕੋਲ ਜਿਹੜਾ ਅਗਰ ਵਿਆਕਰਨ ਦੀ ਗੱਲ ਕਰਦੇ ਹਾਂ ਆਪਾਂ, ਫਿਰ ਆਹ ਕਿਤਾਬ ਤੁਹਾਡੇ ਕੋਲ ਵਿਆਕਰਨ ਤੁਹਾਡੇ ਕੋਲ ਹੈ ਨਹੀਂ, ਕੋਈ ਗੱਲ ਨਹੀਂ, ਪਰ ਆਹ ਕਿਤਾਬ ਆਪਣੇ ਰਾਜਸਥਾਨ 'ਚੋਂ ਮਿਲ ਜਾਂਦੀ ਹੈ। ਰਾਜਸਥਾਨ ਦੇ ਲੇਖਕਾਂ ਨੇ ਬਣਾਈ ਹੈ BST ਸੈਕੰਡ ਈਅਰ ਵਾਸਤੇ, ਅਤੇ ਇਹ ਕਿਤਾਬ ਦਾ ਕੋਈ ਵੀ ਜਿਹੜਾ ਟੋਪਿਕ ਮੈਨੂੰ ਨਹੀਂ ਲੱਗਦਾ ਕਿ ਉਹ ਐਵੇਂ ਪਾਇਆ ਹੋਊਗਾ ਇਹਦੇ ਵਿੱਚ। ਸਾਰੇ ਹੀ ਟੋਪਿਕ ਹੀ ਬਹੁਤ ਸਾਡੇ ਲਈ, ਚਾਹੇ ਉਹ ਫਸਟ ਗ੍ਰੇਡ ਦੀ ਪ੍ਰੀਖਿਆ ਹੋਵੇ, ਚਾਹੇ ਰੀਟ ਮੇਨ ਐਗਜ਼ਾਮ ਦੀ ਪ੍ਰੀਖਿਆ ਹੋਵੇ, ਚਾਹੇ ਹੋਵੇ ਸੈਕੰਡ ਗ੍ਰੇਡ ਦੀ। ਅੱਜ ਆਪਾਂ ਸੈਕੰਡ ਗ੍ਰੇਡ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਵਿੱਚ ਵੀ ਇਹ ਕਿਤਾਬ ਬਹੁਤ ਜ਼ਰੂਰੀ ਹੈ, ਮੀਲ ਦਾ ਪੱਥਰ ਹੈ, ਠੀਕ ਹੈ। ਬਹੁਤ ਸਾਰੇ ਪੰਜਾਬੀ ਭਾਸ਼ਾ ਦੀ ਉਤਪਤੀ ਅਤੇ ਲਿਪੀ ਦਾ ਵਿਕਾਸ ਨਿਕਾਸ ਸਾਰੇ ਟੋਪਿਕ ਇਹ ਕਵਰ ਕਰਦੀ ਹੈ। ਲੋਕ ਧਾਰਾ ਦੇ ਟੋਪਿਕ ਵੀ ਕਵਰ ਕਰਦੀ ਹੈ, ਠੀਕ ਹੈ। ਵਿਆਕਰਨ ਵੀ ਕਵਰ ਕਰਦੀ ਹੈ, ਜਿਹੜੀਆਂ ਵਿਧੀਆਂ ਵਿਆਕਰਨ ਦੀਆਂ ਉਹਨੂੰ ਵੀ ਕਵਰ ਕਰਦੀ ਹੈ। ਇਸ ਲਈ ਇਹ ਕਿਤਾਬ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਤੁਸੀਂ ਵਿਆਕਰਨ ਨੂੰ ਥੋੜ੍ਹਾ ਜਿਹਾ ਹੋਰ, ਕਿਉਂਕਿ ਜਿਹੜੀਆਂ ਪ੍ਰੀਖਿਆ ਆ ਰਹੀਆਂ ਬਾਈ, ਅਤੇ ਇਹ ਜਿਹੜੀਆਂ ਉੱਚ ਪੱਧਰ ਦੀਆਂ ਆ ਰਹੀਆਂ, ਅਤੇ ਹੁਣ ਵੀ ਕਿਉਂ ਨਾ ਉੱਚ ਪੱਧਰ ਦੀਆਂ, ਸਾਡੀ ਜ਼ਿੰਦਗੀ ਦਾ ਸਵਾਲ ਹੈ। ਸੀਨੀਅਰ ਟੀਚਰ ਜੋ ਬਣਨਾ ਹੈ, ਠੀਕ ਹੈ, ਵਰਿਸ਼ਟ ਅਧਿਆਪਕ ਬਣਨਾ, ਤਾਂ ਉਹਦੇ ਲਈ ਤਿਆਰੀ ਤਾਂ ਫਿਰ ਕਰਨੀ ਪੈਣੀ ਹੈ, ਠੀਕ ਹੈ। ਹੋਰ ਚੀਜ਼ਾਂ ਨੂੰ ਸਮਾਂ ਨਾ ਦਿਓ, ਕਿਤਾਬਾਂ ਨੂੰ ਸਮਾਂ ਦਿਓ। ਜਿਵੇਂ ਆਹ 3 ਵਿਆਕਰਨ ਹੈ, ਠੀਕ ਹੈ, ਬਹੁਤ ਕਿਊਟ ਜਿਹੇ ਵਿਆਕਰਨ ਹੈ ਇਹ, ਸੋਹਣੇ ਜਿਹੇ, ਅਤੇ ਇਹਨਾਂ ਦਾ ਕੋਈ ਰੇਟ ਵੀ ਜ਼ਿਆਦਾ ਨਹੀਂ, ਕੋਈ 60 ਰੁਪਈਆਂ ਦਾ ਹੈ, ਕੋਈ 70 ਰੁਪਈਆਂ ਦਾ ਹੈ, ਇਸ ਤਰੀਕੇ ਨਾਲ ਹੈ। ਅਤੇ ਇਹ 3 ਭਾਗ ਨੇ, ਅਤੇ ਇਹ ਬਣਾਏ ਵੀ ਸਿਰੇ ਵਾਲੇ ਬੰਦਿਆਂ ਨੇ ਹੈ, ਜਿਵੇਂ ਜੋਗਿੰਦਰ ਸਿੰਘ ਪਵਾਰ, ਬਲਦੇਵ ਸਿੰਘ ਚੀਮਾ, ਸੁਖਵਿੰਦਰ ਸਿੰਘ ਸੰਘੇ ਦੀ ਬੁੱਕ ਹੈ ਨਾ ਪੰਜਾਬੀ ਭਾਸ਼ਾ ਵਿਗਿਆਨ, ਠੀਕ ਹੈ। ਜਿਹੜੇ ਤਿਆਰੀ ਕਰਦੇ ਨਾ ਫਸਟ ਗ੍ਰੇਡ ਦੀ, ਤਾਂ ਉਹ ਬਸ ਸੰਘੇ ਦੀ ਬੁੱਕ ਪੜ੍ਹ ਲੈਣ, ਠੀਕ ਹੈ। ਅਤੇ ਵੇਦ ਅਗਨੀਹੋਤਰੀ, ਠੀਕ ਹੈ, ਇਹਦਾ ਵੀ ਆਪਣਾ ਵਿਆਕਰਨ ਹੈਗਾ ਵੇਦ ਅਗਨੀਹੋਤਰੀ ਦਾ, ਅਤੇ ਪਰ ਤੁਸੀਂ ਉਹ ਆਪਣਾ ਫਸਟ ਗ੍ਰੇਡ ਵਾਲਿਆਂ ਵਾਸਤੇ ਹੈ, ਸੈਕੰਡ ਗ੍ਰੇਡ ਵਾਲਿਆਂ ਵਾਸਤੇ ਨਹੀਂ ਹੈ। ਸੈਕੰਡ ਗ੍ਰੇਡ ਵਾਲਿਆਂ ਵਾਸਤੇ ਇਹ ਬਹੁਤ ਜ਼ਰੂਰੀ ਨੇ, ਠੀਕ ਹੈ। ਇੰਨੇ ਪੜ੍ਹ ਲਓ ਤਾਂ ਬੱਲੇ ਬੱਲੇ ਹੋ ਜਾਣੀ ਹੈ। ਇਹ 3 ਵਿਆਕਰਨ ਨੇ ਛੋਟੇ ਛੋਟੇ, ਠੀਕ ਹੈ, 2-3 ਘੰਟਿਆਂ 'ਚ ਤੁਸੀਂ ਇਹ ਪੜ੍ਹ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਵਿਆਕਰਨ ਵਿੱਚ ਅਗਰ ਜੇ ਮੈਂ ਗੱਲ ਕਰਾਂ ਤਾਂ ਬਾਈ ਆਹ ਹੈਗਾ, ਇਹ ਕਿਤਾਬ ਜਿੰਨੀ ਸੋਹਣੀ ਲੱਗਦੀ ਹੈ, ਠੀਕ ਹੈ, ਅਤੇ ਉਨੀ ਹੀ ਪੜ੍ਹਨੀ ਔਖੀ ਹੈ, ਠੀਕ ਹੈ। ਇਹ ਪੰਜਾਬੀ ਵਿਆਕਰਨ ਲਿਖਿਆ ਡਾਕਟਰ ਹਰਕੀਰਤ ਸਿੰਘ ਨੇ ਅਤੇ ਗਿਆਨੀ ਲਾਲ ਸਿੰਘ ਨੇ, ਪਰ ਇਹ ਜਿਹੜਾ ਲੇਖਕ ਬੰਦਾ ਹੈ ਹਰਕੀਰਤ ਸਿੰਘ, ਅਤੇ ਇਹ ਬੜਾ ਖਤਰਨਾਕ ਹੈ। ਅਤੇ ਇਹ ਜਿਹੜਾ ਵਿਆਕਰਨ ਹੈ ਤੁਸੀਂ ਜੇ ਪੜ੍ਹ ਲਓ ਤਾਂ ਮੈਂ ਕਹਿਣਾ ਵੀ ਜਿਹੜੇ 4-5 ਜਿਹੜੇ ਪ੍ਰਸ਼ਨ ਹੈ ਵਿਆਕਰਨ ਦੇ, ਅਤੇ ਜਿਹੜੇ ਇਹਦੇ ਵਿੱਚੋਂ ਆਉਣਗੇ ਤਾਂ ਤੁਸੀਂ ਉਹ ਕਰ ਸਕਦੇ ਹੋ, ਠੀਕ ਹੈ।
ਜੇ ਹੋਰ ਥੋੜ੍ਹਾ ਜਿਹਾ ਪੱਧਰ ਦਾ ਵੀ ਆਹ ਵਿਆਕਰਨ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਤੇ ਜਿਹੜੇ ਛੋਟੇ ਵਿਆਕਰਨ ਤੁਹਾਨੂੰ ਦਿਖਾਏ ਸੀਗੇ ਅਤੇ ਇੱਕ BSTC ਦੀ ਬੁੱਕ, ਇਹ ਤਾਂ ਤੁਹਾਡੇ ਕੋਲ ਲਾਜ਼ਮੀ ਹੋਣੀ ਜ਼ਰੂਰੀ ਹੈ। ਵੀ ਆਹ ਵਿਆਕਰਨ 'ਤੇ ਨਹੀਂ ਹੋਊਗਾ ਕੋਈ ਗੱਲ ਨਹੀਂ, ਪਰ ਜਿਹੜੇ ਤਿਆਰੀ ਕਰਦੇ ਨੇ ਉਹਨਾਂ ਲਈ ਇਹ ਜ਼ਰੂਰੀ ਹੈ ਵਿਆਕਰਨ। ਅਤੇ ਉਸ ਤੋਂ ਬਾਅਦ ਜੇ ਤੁਸੀਂ ਬੂਟਾ ਸਿੰਘ ਬਰਾੜ ਨੂੰ ਪੜ੍ਹ ਲਓਗੇ, ਇਹਦਾ ਵਿਆਕਰਨ ਪੜ੍ਹ ਲਓਗੇ, ਅਤੇ ਜਿਹੜੇ ਵਿਆਕਰਨ ਜਿੰਨੇ ਮੈਂ ਦੱਸੇ ਤੁਹਾਨੂੰ ਇਹ ਪੜ੍ਹ ਲਓਗੇ, ਤਾਂ ਮੈਂ ਕਹਿਣਾ ਵੀ 100% ਤੁਹਾਡਾ ਪ੍ਰਸ਼ਨ ਇੱਧਰ ਉੱਧਰ ਨਹੀਂ ਜਾਊਗਾ, ਅੱਗੇ ਅੱਗੇ ਭੱਜਿਆ ਫਿਰੂ ਤੁਹਾਡੇ ਵੀ ਅਸੀਂ ਜਾਈਏ ਕਿੱਧਰ ਹੁਣ, ਵੀ ਇਹ ਤਾਂ ਸਾਰਾ ਪੜ੍ਹ ਕੇ ਆਇਆ। ਠੀਕ ਹੈ, ਇਸ ਲਈ ਇਹ ਤੁਸੀਂ ਪੜ੍ਹ ਲਓਗੇ ਤਾਂ ਪ੍ਰਸ਼ਨ ਨੇ ਕਿਤੇ ਨਹੀਂ ਜਾਣਾਗਾ। ਗੱਲ ਹੋ ਗਈ ਆਪਣੇ ਵਿਆਕਰਨ ਦੀ। ਹੁਣ ਆਪਾਂ ਸਾਹਿਤ ਬਾਰੇ ਗੱਲ ਕਰਦੇ ਹਾਂ। ਸਾਹਿਤ ਬਾਰੇ ਜਿਵੇਂ ਤੁਹਾਡੇ ਆ ਗਿਆ ਸਾਹਿਤ ਦੇ ਰੂਪ ਆ ਗਿਆ। ਸਾਹਿਤ ਦੇ ਰੂਪ ਜੇ ਪੜ੍ਹਨਾ ਬਾਈ ਤਾਂ ਤੁਸੀਂ ਇਹ ਕਿਤਾਬ ਪੜ੍ਹ ਲਓ, ਡਾਕਟਰ ਪ੍ਰੇਮ ਪ੍ਰਕਾਸ਼ ਦੀ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਾਬੀ ਸਾਹਿਤ ਬੋਧ। ਸਾਹਿਤ ਬੋਧ ਕਿਤਾਬ ਪਹਿਲਾਂ ਲੱਗੀ ਹੋਈ ਸੀਗੀ 12ਵੀਂ 11ਵੀਂ ਦੇ ਵਿੱਚ, 12ਵੀਂ ਸ਼੍ਰੇਣੀ ਵਾਸਤੇ ਸੀਗੀ, ਤਾਂ ਅਜੋਕੇ ਟਾਈਮ ਵਿੱਚ ਇਹ ਬੁੱਕ ਨਹੀਂ ਲੱਗੀ। ਪਰ ਜਿਹਦੇ ਕੋਲੇ ਬੁੱਕ ਮਿਲ ਜੇ ਇਹ ਤੁਹਾਨੂੰ ਮੈਂ PDF ਵੀ ਇਹਦੇ ਵਿੱਚ ਪਾ ਦੂੰਗਾ ਆਪਣੇ ਸਾਹਿਤ ਬੋਧ ਦੀ ਆਪਣੇ ਵੀਡੀਓ ਦੇ ਵਿੱਚ। ਕੋਸ਼ਿਸ਼ ਕਰੂੰਗਾ ਕਿ ਮੈਂ ਇਹਦੀ PDF ਵੀ ਤੁਹਾਨੂੰ ਦੇ ਸਕਾਂ ਕਿਸੇ ਵਿਧੀ ਨਾਲ। ਅਤੇ ਬਹੁਤ ਵਧੀਆ ਬੁੱਕ ਹੈ ਇਹ, ਬਹੁਤ ਪ੍ਰਸ਼ਨ ਇਹਦੇ ਵਿੱਚੋਂ ਆਉਂਦੇ ਨੇ, 4-5% ਤਾਂ ਪੱਕੇ ਹੀ ਹੈ। ਅਤੇ ਇਹ 11ਵੀਂ ਦੀ ਸ਼੍ਰੇਣੀ ਦੀ ਵੀ ਬੁੱਕ ਹੈਗੀ, ਪਤਲੀ ਜੀ ਹੈਗੀ ਹੈ। ਜੇ ਤੁਸੀਂ ਪੰਜਾਬੀ ਉਪਭਾਸ਼ਾ ਦੀ ਗੱਲ ਕਰਨੀ ਨਾ, ਪਹਿਲਾ ਟੋਪਿਕ ਹੈ ਜਿਹੜਾ, ਅਤੇ ਤੁਸੀਂ ਬਈ ਇਹਦੇ ਵਿੱਚੋਂ ਕਰ ਲਓਗੇ ਤਾਂ ਇਹਦੇ ਵਿੱਚ ਸਾਰਾ ਕੁਝ ਦੇ ਰੱਖਿਆ ਵੀ ਕਿਹੜੇ ਕਿਹੜੇ ਜਿਹੜੇ ਸ਼ਬਦ ਹੈ ਉਹ ਮਾਝੀ ਦੇ ਹੈ, ਕਿਹੜੇ ਦੁਆਬੀ ਦੇ ਹੈ। ਇਹ ਵੀ ਸਾਹਿਤ ਬੋਧ ਹੀ ਹੈ, ਇਹ ਕਿਤਾਬ ਦਾ ਨਾਮ ਵੀ ਸਾਹਿਤ ਬੋਧ ਹੈ। ਠੀਕ ਹੈ, ਅਤੇ ਇਹ ਪੁਰਾਣੀਆਂ ਕਈ ਦੁਕਾਨਾਂ ਹੈਗੀਆਂ, ਉਹਨਾਂ ਵਿੱਚੋਂ ਕਿਤਾਬਾਂ ਮਿਲ ਵੀ ਜਾਂਦੀਆਂ। ਇਹ ਕੋਈ ਵੱਡੀ ਗੱਲ ਨਹੀਂ ਜੇ ਕਿਤਾਬਾਂ ਅਸੀਂ ਭਾਲਣ 'ਤੇ ਆਈਏ ਤਾਂ। ਠੀਕ ਹੈ, ਅਤੇ ਉਸ ਤੋਂ ਬਾਅਦ ਆਪਣੇ ਕੋਲ ਰਹਿ ਜਾਂਦਾ ਬਾਈ ਜਿਹੜਾ ਤੁਹਾਡਾ ਜਿਹੜਾ ਪੰਜਾਬੀ ਸਾਹਿਤ ਹੈ। ਅਤੇ ਪੰਜਾਬੀ ਸਾਹਿਤ ਦਾ ਤਾਂ ਕੋਈ ਮੁਕਾ ਹੀ ਨਹੀਂ। 11ਵੀਂ 12ਵੀਂ ਦੀ ਬੁੱਕਾਂ ਵਿੱਚੋਂ ਪੰਜਾਬੀ ਸਾਹਿਤ ਤੁਸੀਂ ਪੜ੍ਹ ਲੈਣਾ। ਦੂਜੀ ਹੈ ਵੀ ਪੰਜਾਬੀ ਸਾਹਿਤ ਜਿਹੜਾ ਪਹਿਲਾਂ ਅਸੀਂ ਕਰਦੇ ਹੁੰਦੇ ਸੀਗੇ, ਸਾਡੇ ਜਿਵੇਂ ਗੁਰੂ ਜੀ ਹੈ, ਨਵਰਾਜ ਸਿੰਘ ਜੀ ਹੈ, ਹਰਮੀਤ ਸਿੰਘ ਜੀ ਹੈ, ਜਿਹੜੇ ਤਿਆਰੀਆਂ ਕਰਵਾਉਂਦੇ ਨੇ, ਸੁਖਦੀਪ ਖਾਰਾ ਹੈ, ਜਾਂ ਕਹਿ ਦਈਏ ਆਪਣਾ ਸਿਮਰਜੀਤ ਸਿੰਘ ਜੀ ਹੈ, ਕੁਲਦੀਪ ਗੁਰ ਜੀ ਹੈ, ਬਹੁਤ ਸਾਰੇ ਅਨੇਕਾਂ ਹੀ ਜਿਹੜੇ ਸਿਰਕੱਢ ਬੰਦੇ ਨੇ ਜਿਹੜੇ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੇ ਨੇ, ਉਹਨਾਂ ਨੂੰ ਸਾਰਿਆਂ ਨੂੰ ਮੇਰਾ ਸਲਾਮ ਹੈ। ਅਤੇ ਉਹ ਸਭ ਤੋਂ ਪਹਿਲਾਂ ਵੀ ਕਿਤਾਬ ਆਹ ਦੱਸਦੇ ਹੁੰਦੇ ਸੀ ਵੀ ਆਹ ਕਿਤਾਬ ਤੁਸੀਂ ਪੜ੍ਹਨੀ ਹੈ, ਕਿਹੜੀ ਹੈ, ਕਿਰਪਾਲ ਕਸੇਲ ਅਤੇ ਡਾਕਟਰ ਪਰਮਿੰਦਰ ਸਿੰਘ ਦੀ ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ। ਕਿਤਾਬ ਬਹੁਤ ਸਿਰਾ ਹੈ, ਪਰ ਸਾਡੇ ਜਿਹੜੇ ਪੜ੍ਹਨ ਵਾਲੇ ਬੱਚੇ ਨੇ ਉਹ ਬਹੁਤ ਘੱਟ ਕਿਤਾਬ ਨੂੰ ਪੜ੍ਹਦੇ ਨੇ ਇਹ, ਕਿਉਂਕਿ ਇਹਦੇ ਵਿੱਚ ਅੱਡ ਪਾਰਟ ਦਿੱਤੇ ਹੋਏ ਨੇ। ਠੀਕ ਹੈ, ਜਿਵੇਂ ਪਹਿਲਾਂ ਅਲੱਗ ਵੰਡ ਕੀਤੀ ਹੋਈ, ਉਸ ਤੋਂ ਬਾਅਦ ਫਿਰ ਵੰਡ ਕੀਤੀ ਹੋਈ ਹੈ, ਤਾਂ ਕਰਕੇ ਉਹਨਾਂ ਨੂੰ ਪੜ੍ਹਨੀ ਥੋੜ੍ਹੀ ਔਖੀ ਲੱਗਦੀ ਹੈ। ਇਸ ਕਰਕੇ ਬਹੁਤ ਘੱਟ ਬੱਚੇ ਪੜ੍ਹਦੇ ਨੇ। ਜੇ ਇਹ ਕਿਤਾਬ ਤੁਹਾਡੇ ਕੋਲ ਹੈਗੀ ਹੈ ਤਾਂ ਬਾਈ ਇਹ ਵੀ ਪੜ੍ਹੋ ਕਿਤਾਬ ਨੂੰ। ਠੀਕ ਹੈ, ਇਹ ਕਿਤਾਬ ਕਿਸੇ ਤੋਂ ਘੱਟ ਨਹੀਂ। ਅਤੇ ਜੇ ਤੁਸੀਂ ਇਹ ਕਿਤਾਬ ਤੁਹਾਡੇ ਕੋਲ ਹੈ ਨਹੀਂ ਗੀ ਤਾਂ ਇਹਦਾ ਆਪਣੇ ਕੋਲ ਸੋਲੂਸ਼ਨ ਹੈਗਾ ਆਪਣੇ ਬ੍ਰਹਮ ਜਗਦੀਸ਼। ਹੁਣ ਬ੍ਰਹਮ ਜਗਦੀਸ਼ ਜਿਹੜਾ ਬੰਦਾ ਹੈ, ਇਹਦਾ ਨਾਂ ਹੀ ਬ੍ਰਹਮ ਜਗਦੀਸ਼ ਹੈ, ਅਤੇ ਇਹਦੇ ਨਾਲ ਫਿਰ ਪ੍ਰੋਫੈਸਰ ਰਾਜਵੀਰ ਕੌਰ ਵੀ ਹੈਗੀ ਹੈ, ਅਤੇ ਇਹਦਾ 2 ਜਣੇ ਹੋ ਗਏ, 11 ਹੋ ਗਏ, ਤਾਂ ਉਹ ਵੀ 11 ਸੀਗੇ, ਪਰ ਇਹ ਬੰਦੇ ਵੀ ਸਿਰਾ ਕਰਾਉਂਦੇ ਨੇ। ਠੀਕ ਹੈ, ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਬ੍ਰਹਮ ਜਗਦੀਸ਼ ਦੀ ਕਿਤਾਬ ਅਜੋਕੇ ਟਾਈਮ ਦੇ ਵਿੱਚ ਜਿਹੜਾ ਪੰਜਾਬੀ ਸਾਹਿਤ ਦੇ ਜਿਹੜੇ ਮਤਲਬ ਪੂਰਾ ਜਿਹੜਾ ਅਧਿਐਨ ਕਰਦੇ ਨੇ, ਪੂਰਾ ਹਰ ਗੱਲ ਦਿੱਤੀ ਜਾਂਦੀ ਹੈ, ਉਹ ਇਹਦੇ ਵਿੱਚ ਲਿਖੀ ਵੀ ਹੈ। ਤਾਂ ਮੈਂ ਕਹਿੰਦਾ ਵੀ ਜਿਹੜਾ ਸੈਕੰਡ ਗ੍ਰੇਡ ਦੀ ਤਿਆਰੀ ਕਰਦਾ ਜਾਂ ਫਸਟ ਗ੍ਰੇਡ ਦੀ ਤਿਆਰੀ ਕਰਦਾ ਹੈ, ਉਹਦੇ ਕੋਲ ਬ੍ਰਹਮ ਜਗਦੀਸ਼ ਦੀ ਕਿਤਾਬ ਹੋਣੀ ਬਹੁਤ ਜ਼ਰੂਰੀ ਹੈ। ਠੀਕ ਹੈ, ਅਤੇ ਇਹਦੇ ਵਿੱਚੋਂ ਦੱਸੂਗਾ ਵੀ ਕਿਹੜੀ ਆਪਾਂ ਨੂੰ ਵੀ ਤੁਹਾਡੇ ਕੋਲ ਹੋਣੀ ਵੀ ਸਾਰੀਆਂ ਕਿਤਾਬਾਂ ਤੁਸੀਂ ਨਹੀਂ ਮੰਗਾ ਸਕਦੇ। ਅਤੇ ਕਈ ਜਿਹੜੇ ਖੁੰਡ ਬੈਠੇ ਆ ਤਿਆਰੀਆਂ ਕਰਦੇ ਨੇ, ਉਹ ਤਾਂ ਕਿਸੇ ਕਾਰਨ ਨਹੀਂ ਲੱਗ ਸਕੇ, ਪਰ ਉਹ ਬੰਦੇ ਕਈ ਇਹੋ ਜਿਹੇ ਨੇ ਖਤਰਨਾਕ ਨੇ, ਅਤੇ ਜਿਨ੍ਹਾਂ ਨੂੰ ਸਾਰਾ ਹੀ ਪੰਜਾਬੀ ਸਾਹਿਤ ਯਾਦ ਹੈ, ਪਰ ਕਿਸੇ ਨਾ ਕਿਸੇ ਵਿਧੀ ਕਰਕੇ ਜਾਂ ਪਰਮਾਤਮਾ ਨੇ ਕਿਸਮਤ ਕਰਕੇ ਉਹ ਨਹੀਂ ਲੱਗ ਪਾਏ, ਅਤੇ ਉਹਨਾਂ ਨੇ ਸਾਰੀਆਂ ਕਿਤਾਬਾਂ ਉਹਨਾਂ ਦੇ ਇਹ ਅਧਿਐਨ ਵੀ ਕੀਤਾ ਕਈ ਬੰਦਿਆਂ ਨੇ। ਠੀਕ ਹੈ, ਇਹੋ ਜਿਹੇ ਵੀ ਹੈ। ਅਤੇ ਉਸ ਤੋਂ ਬਾਅਦ ਜੇ ਤੁਸੀਂ ਪੰਜਾਬੀ ਸਾਹਿਤ ਵਾਸਤੇ ਬ੍ਰਹਮ ਜਗਦੀਸ਼ ਮੰਗਾ ਲਓ ਇੱਕ, ਤਾਂ ਉਸ ਤੋਂ ਬਾਅਦ ਇੱਕ ਰੱਖ ਲਓ ਤੁਸੀਂ ਆਹ 3 ਕਿਤਾਬਾਂ ਨੇ। ਇੱਕ ਕਿਤਾਬ ਦਾ ਪਾਰਟ, ਪਹਿਲਾ ਪਾਰਟ ਹੈਗਾ ਜਿਹੜਾ ਆਦਿ ਕਾਲ, ਫਿਰ ਕਿਤਾਬ ਦਾ ਪਾਰਟ ਹੈਗਾ, ਦੂਜਾ ਭਾਗ ਹੈਗਾ ਆਪਣਾ ਪੰਜਾਬੀ ਸਾਹਿਤ ਦਾ ਇਤਿਹਾਸ, ਉਸ ਤੋਂ ਬਾਅਦ ਤੀਜਾ ਪਾਰਟ ਇਹਦਾ ਹੈਗਾ ਆਧੁਨਿਕ ਕਾਲ। ਇਹ ਤਿੰਨੇ ਕਿਤਾਬਾਂ ਪਟਿਆਲਾ ਯੂਨੀਵਰਸਿਟੀ ਨੇ ਬਣਾਈਆਂ ਨੇ, ਅਤੇ ਇਹਨਾਂ ਦਾ ਕੋਈ ਮੁੱਲ ਵੀ ਜ਼ਿਆਦਾ ਨਹੀਂ ਗਾ, ਕੋਈ 150 ਦੀ ਕਿਤਾਬ ਹੈ, ਕੋਈ 100 ਦੀ ਕਿਤਾਬ ਹੈ। ਇਸ ਤਰੀਕੇ ਨਾਲ ਇਹ 200-300 ਦੇ ਵਿੱਚ ਕਿਤਾਬਾਂ ਤਿੰਨੇ ਪਾਰਟ ਆ ਜਾਂਦੇ ਨੇ, ਅਤੇ ਇਹਦੇ ਵਿੱਚੋਂ ਵੀ ਪ੍ਰਸ਼ਨ ਬਹੁਤ ਪੈਂਦੇ ਨੇ।
ਠੀਕ ਹੈ। ਜਿਵੇਂ ਕਰਮ ਸਿੰਘ ਹਿਸਟੋਰੀਅਨ ਵਾਲਾ ਪ੍ਰਸ਼ਨ ਹੋ ਗਿਆ, ਹਰਨਾਮ ਸਿੰਘ ਸ਼ਾਨ ਵਾਲਾ ਪ੍ਰਸ਼ਨ ਹੋ ਗਿਆ, ਪਟਿਆਲਾ ਯੂਨੀਵਰਸਿਟੀ ਦੀਆਂ 3 ਕਿਤਾਬਾਂ ਹੋ ਗਈਆਂ। ਵੀ ਅਗਰ ਤੁਸੀਂ ਸੈਕੰਡ ਗ੍ਰੇਡ ਦੀ ਤਿਆਰੀ ਕਰਦੇ ਹੋ ਤਾਂ ਇਹ ਕਿਤਾਬਾਂ ਤਾਂ ਹੋਣੀਆਂ ਬਹੁਤ ਜ਼ਰੂਰੀ ਹੈ। ਹੁਣ ਅਲੱਗ ਲੈਵਲ ਦੀਆਂ ਕਿਤਾਬਾਂ ਜਿਹੜੇ ਸਾਡੇ ਗੁਰੂ ਜੀ ਕਰਾਉਂਦੇ ਨੇ, ਤਿਆਰੀਆਂ ਕਰਾਉਂਦੇ ਨੇ, ਹਰ ਟੀਚਰ ਜਿਹੜਾ ਤਿਆਰੀ ਕਰਾਉਂਦਾ ਹੈ ਉਹ ਅਲੱਗ ਦੱਸਦਾ ਹੈ ਮੈਟਰ, ਵੀ ਤੁਸੀਂ ਮੇਰੇ ਨੋਟਸ ਤਾਂ ਪੜ੍ਹਨੇ ਹੈ, ਤਾਂ ਹੋਰ ਕਿਹੜਾ ਤੁਸੀਂ ਨਾਲ ਪੜ੍ਹਨਾ ਹੈ। ਠੀਕ ਹੈ। ਜਿਵੇਂ ਕਈ ਗੁਰੂ ਜੀਆਂ ਨੇ ਜਿਹੜਾ 14 ਆਰਟੀਕਲ ਛਾਪੇ ਹੈ ਪੰਜਾਬੀ ਅਕਾਦਮੀ ਦਿੱਲੀ ਨੇ, ਜਿਵੇਂ ਸੂਫੀ ਕਾਵ ਦਾ ਅਲੱਗ ਹੋ ਗਿਆ, ਅਤੇ ਅਲੱਗ ਲੇਖਕ ਲੈ ਕੇ, ਜਿਵੇਂ ਕੁਲਬੀਰ ਸਿੰਘ ਕੰਗ ਕਿੱਸਾਕਾਰ ਬਾਰੇ ਬਹੁਤ ਵਧੀਆ ਦੱਸਦਾ ਹੈ, ਅਤੇ ਇਹਨੂੰ ਲੈ ਲਿਆ ਇਹਨਾਂ ਨੇ। ਅਤੇ ਬਾਣੀ ਬਾਰੇ ਪ੍ਰੋਫੈਸਰ ਜਗਬੀਰ ਸਿੰਘ ਹੈ, ਜਿਹਦੀ ਬਾਣੀ ਵਿਵੇਕ ਕਿਤਾਬ ਵੀ ਆਈ ਹੈ, ਤਾਂ ਉਹਨੇ ਬਹੁਤ ਵਧੀਆ ਲਿਖਿਆ, ਅਤੇ ਉਹਨੂੰ ਇਹਨਾਂ ਨੇ ਗੁਰਮਤਿ ਕਾਵ ਬਾਰੇ ਲਿਖਾਇਆ, ਗੁਰਮਤਿ ਕਾਵ ਉਸ ਤੋਂ ਲਿਖਾਇਆ। ਠੀਕ, ਭਾਸ਼ਾ ਅਕਾਦਮੀ ਦਿੱਲੀ ਨੇ 14 ਆਰਟੀਕਲ ਛਪਵਾਏ ਨੇ, ਅਤੇ ਜਿਹੜੇ ਸ਼ੌਂਕੀ ਨੇ ਕਿਤਾਬਾਂ ਪੜ੍ਹਨ ਦੇ ਉਹ 14 ਆਰਟੀਕਲ ਹੀ ਪੜ੍ਹ ਲੈਣਾ ਤਾਂ ਬਾਈ ਸਿਰਾ ਲੱਗ ਜੂਗਾ। ਜਿਹੜੇ ਫਸਟ ਗ੍ਰੇਡ ਦੀ ਤਿਆਰੀ ਕਰਦੇ ਨੇ ਉਹ 14 ਆਰਟੀਕਲ ਉਹਨਾਂ ਕੋਲ ਹੋਣੇ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੇ ਲੈਵਲ ਦੀ ਅਸੀਂ ਤਿਆਰੀ ਕਰ ਰਹੇ ਹਾਂ ਉਸੇ ਲੈਵਲ ਦੀ ਤਿਆਰੀ ਵੀ ਬਹੁਤ ਸਾਨੂੰ ਅਧਿਐਨ ਵੀ ਬਹੁਤ ਜ਼ਰੂਰੀ ਬਣ ਜਾਂਦਾ ਕਰਨਾ। ਠੀਕ ਹੈ। ਇਹ ਤੁਸੀਂ 14 ਵੀ ਮੰਗਵਾ ਸਕਦੇ ਹੋ, ਅਤੇ ਇਹ ਕੋਈ 2000 ਦੇ ਪੈਂਦੇ ਨੇ 14 ਆਰਟੀਕਲ, ਕਈ 2500 ਵੀ ਲੈਂਦੇ ਨੇ ਤੁਹਾਡੇ ਤੋਂ। ਪਰ ਤੁਸੀਂ ਜਿਹੜੇ ਤੁਹਾਨੂੰ ਜ਼ਰੂਰੀ, ਤੁਹਾਨੂੰ ਗੁਰੂ ਜੀ ਕਹਿੰਦੇ ਨੇ ਵੀ ਆਹ ਤੁਸੀਂ ਮੰਗਵਾ ਲਓ, ਆਹ ਮੰਗਵਾ ਲਓ, ਉਹਨੇ ਆਰਟੀਕਲ ਹੀ ਮੰਗਵਾ ਲਓ, ਤੁਸੀਂ ਉਹਨੇ ਭਾਗ ਮੰਗਵਾ ਲਓ ਤਾਂ ਵੀ ਬੱਲੇ ਬੱਲੇ ਆ। ਇਹ ਤਾਂ ਹੋ ਗਈ ਪੰਜਾਬੀ ਸਾਹਿਤ ਬਾਰੇ ਗੱਲ ਹੋ ਗਈ। ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬੀ ਭਾਸ਼ਾ ਦਾ ਅਧਿਆਪਨ ਬਾਰੇ। ਹੁਣ ਪੰਜਾਬੀ ਭਾਸ਼ਾ ਦਾ ਅਧਿਆਪਨ ਜਿਹੜਾ ਹੈ ਵੀ ਉਹ ਮੈਂ ਕਹਿਣਾ ਵੀ ਇੰਦਰਦੇਵ ਨੰਦਰਾ ਤੋਂ ਵੱਧ ਤਾਂ ਕੋਈ ਕਿਸੇ ਨੇ ਕਿਤਾਬ ਹੋ ਕਰਵਾਈ ਹੋਣੀ ਹੈ ਤਾਂ ਮੈਨੂੰ ਧਿਆਨ ਨਹੀਂ, ਪਰ ਇੰਦਰਦੇਵ ਨੰਦਰਾ ਜਿਹੜਾ ਹੈ ਬੈਸਟ ਕਿਤਾਬ ਹੈ, ਬਹੁਤ ਕਿਤਾਬ ਵਿਕ ਰਹੀ ਹੈ। ਅਤੇ ਇਹ ਕਿਤਾਬ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਇਹ ਨਾ ਹੋਵੇ, ਇਹ ਕਿਤਾਬ ਤਾਂ ਹਰ ਬੰਦੇ ਕੋਲ ਹੋਣੀ ਚਾਹੀਦੀ ਹੈ ਜਿਹੜਾ ਪੰਜਾਬੀ ਪੇਪਰ ਦੀ ਤਿਆਰੀ ਕਰਦਾ ਹੈ, ਹਰ ਬੰਦੇ ਕੋਲ ਹੋਣੀ ਚਾਹੀਦੀ ਹੈ ਪੰਜਾਬੀ ਭਾਸ਼ਾ ਦਾ ਅਧਿਆਪਨ ਇੰਦਰਦੇਵ ਨੰਦਰਾ। ਠੀਕ ਹੈ। 300 ਦੀ ਕਿਤਾਬ ਆਉਂਦੀ ਹੈ ਇਹ ਸਾਰੀ। ਠੀਕ ਹੈ। ਅਤੇ ਜੇ ਇਹ ਕਿਤਾਬ ਤੁਹਾਡੇ ਕੋਲ ਹੈ ਨਹੀਂ ਗੀ ਤਾਂ ਆਪਣੇ ਰਾਜਸਥਾਨ ਦੇ ਬੰਦੇ ਨੇ ਵੀ ਇਹ ਕਮਾਲ ਕੀਤਾ ਹੈ, ਇਸੇ ਦੀ ਕਾਪੀ ਕੀਤੀ ਹੈ। ਉਹ ਹੈਗੀ ਹੈ, ਜੇ ਘੱਟ ਪੈਸੇ ਲਾਉਣੇ ਆ ਤਾਂ ਆਹ ਡਾਕਟਰ ਸੰਦੀਪ ਸਿੰਘ ਮੁੰਡੇ ਲੇਖਕ ਹੈ, ਅਤੇ ਇਹਨਾਂ ਦੀ ਕਿਤਾਬ ਹੈ ਪੰਜਾਬੀ ਅਧਿਆਪਨ। ਠੀਕ ਹੈ। ਇਹ ਵੀ ਤੁਸੀਂ ਖਰੀਦ ਸਕਦੇ ਹੋ। ਅਤੇ ਜੇ ਹੋਰ ਬੰਦਾ ਕੋਈ ਕਰੇ ਵੀ ਮੈਂ ਤਾਂ ਜੀ ਮੈਨੂੰ ਤਾਂ ਸਬਰ ਹੀ ਨਹੀਂ ਆਉਂਦਾ ਪੰਜਾਬੀ ਭਾਸ਼ਾ ਦਾ ਅਧਿਆਪਨ, ਮੈਂ ਤਾਂ ਹੋਰ ਪੜ੍ਹਨਾ ਹੈ, ਫਿਰ ਉਹ ਸੁਖਵਿੰਦਰ ਸਿੰਘ ਸੇਖੋਂ ਅਤੇ ਮਨਦੀਪ ਕੌਰ ਸੇਖੋਂ ਦੀ ਕਿਤਾਬ ਆਉਂਦੀ ਹੈ ਕਲਿਆਣੀ ਪਬਲੀਕੇਸ਼ਨ ਦੀ, ਉਹ ਕਿਤਾਬ ਪੜ੍ਹ ਲਓ। ਠੀਕ ਹੈ। ਅਤੇ ਫਿਰ ਤਾਂ ਕਮਾਲ ਹੀ ਕਰ ਦੋਗੇ ਤੁਸੀਂ। ਠੀਕ ਹੈ। ਇੰਨਾ ਕੁ ਜਿੰਨੀਆਂ ਕੁ ਤੁਹਾਨੂੰ ਮੈਂ ਕਿਤਾਬਾਂ ਦੱਸੀਆਂ, ਜਿਵੇਂ ਸਾਹਿਤ ਬਾਰੇ ਤੁਸੀਂ 11ਵੀਂ 12ਵੀਂ ਕਿਤਾਬਾਂ ਪੜ੍ਹਨੀਆਂ, ਬ੍ਰਹਮ ਜਗਦੀਸ਼ ਪੜ੍ਹ ਲਓ, ਪਟਿਆਲਾ ਯੂਨੀਵਰਸਿਟੀ ਦੀਆਂ 3 ਕਿਤਾਬਾਂ ਪੜ੍ਹ ਲਓ। ਜੇ ਤੁਹਾਡੇ ਕੋਲ ਇੱਕ ਹੀ ਕਿਤਾਬ ਆ ਤੁਸੀਂ ਉਹ ਵੀ ਪੜ੍ਹ ਲਓ। ਠੀਕ ਹੈ। ਜਿੰਨਾ ਕੁ ਮੈਟਰ ਤੁਹਾਨੂੰ ਤੁਹਾਡੇ ਅਧਿਐਨ ਕਰਵਾਉਣ ਵਾਲੇ ਗੁਰੂ ਜੀ ਕਰਵਾਉਂਦੇ ਨੇ, ਜਿਨ੍ਹਾਂ ਤੋਂ ਤੁਸੀਂ ਤਿਆਰੀ ਕਰ ਰਹੇ ਹੋ, ਕੋਚਿੰਗ ਕਰ ਰਹੇ ਹੋ ਕਿਸੇ ਤੋਂ, ਜਾਂ ਕਿਸੇ ਤੋਂ ਔਨਲਾਈਨ ਪੜ੍ਹ ਰਹੇ ਹੋ। ਠੀਕ ਹੈ। ਜਿਵੇਂ ਸਾਡੇ ਸਿਮਰਜੀਤ ਸਿੰਘ ਗੁਰੂ ਜੀ ਵਿਖਿਆਤਾ ਪੰਜਾਬੀ ਵਾਲੇ, ਉਹ ਕਰਾ ਰਹੇ ਤਿਆਰੀ, ਔਨਲਾਈਨ ਕਰਵਾ ਰਹੇ ਹੈ, ਅਤੇ ਕੁਲਦੀਪ ਸਿੰਘ ਜੀ ਕਰਵਾ ਰਹੇ ਤਿਆਰੀ, ਔਨਲਾਈਨ ਕਰਵਾ ਰਹੇ ਹੈ। ਵੀ ਜਿਹੜੀਆਂ ਤੁਹਾਨੂੰ ਕਿਤਾਬਾਂ ਉਹ ਆਈ ਲੈਵਲ ਦੱਸਣ ਵੀ ਆਹ ਤੁਸੀਂ ਪੜ੍ਹੋ, ਤਾਂ ਉਹ ਤੁਸੀਂ ਪੜ੍ਹ ਲਓਗੇ ਤਾਂ ਫਿਰ ਬੱਲੇ ਬੱਲੇ ਹੋ ਜੂਗੀ। ਠੀਕ ਹੈ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜੇ ਕੋਈ ਟੌਪਿਕ ਭੁੱਲ ਗਿਆ ਹੋਵਾਂ, ਜੇ ਮੇਰੀ ਨਜ਼ਰ ਵਿੱਚ ਨਾ ਆਇਆ ਹੋਵੇ ਤਾਂ ਤੁਸੀਂ ਖਿਮਾ ਦਾ ਜਾਚਕ ਹਾਂ, ਤੁਸੀਂ ਮੈਨੂੰ ਦੱਸ ਦਿਓ ਕਮੈਂਟਾਂ ਵਿੱਚ ਕਰਕੇ ਵੀ ਗੁਰੂ ਜੀ ਆਹ ਤੁਸੀਂ ਨਹੀਂ ਦੱਸਿਆ, ਇਹਦੇ ਬਾਰੇ ਦੱਸੋ। ਕੋਈ ਵੀ ਕਿਤਾਬ ਮੰਗਵਾਉਣੀ ਹੋਵੇ ਜਾਂ ਕਿਤਾਬ ਦੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ। ਤਦ ਤੱਕ ਲਈ ਸਾਰੇ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਰੱਬ ਰਾਖਾ।